ਗੁਰਦਾਤਾ ਗੁਰ ਹਿਵੇਂ ਘਰ, ਗੁਰ ਦੀਪਕ ਤਹਿ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਇ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਉਪਾਏ ਕਿਤੇ ਨਾ ਪਾਈਐ, ਹਰ ਕਰਮ ਵਿਧਾਤਾ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ 5 ਜਨਵਰੀ ਨੂੰ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੜੇ ਪਿਆਰ ਨਾਲ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਦਿਨੇ ਊਧਮਪੁਰ ਦੀਵਾਨ ਦੇ ਵਿੱਚ ਇੱਕ ਚੀਜ਼ ਮੈਂ ਮਹਿਸੂਸ ਕੀਤੀ। ਜਦੋਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਗਏ ਅਤੇ ਉੱਥੇ ਇੱਕ ਤਸਵੀਰ ਲੱਗੀ ਸੀ। ਜਦੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ, ਪੰਜਾਬ ਦੇ CM ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਤਸਵੀਰ ਵੀ ਉਸ ਵਕਤ ਉਸ ਮੂਵਮੈਂਟ ਵਿੱਚ ਉਸ ਸਮੇਂ ਨਾਲ ਸੀ ਜਦੋਂ ਇਹ ਮੂਲ ਨਾਨਕਸ਼ਾਹੀ ਕੈਲੰਡਰ 2 ਵਿੱਚ ਲਾਗੂ ਹੁੰਦਾ ਹੈ। ਮੈਨੂੰ ਬੜੀ ਚੰਗੀ ਲੱਗੀ। ਮੈਂ ਤਾਂ ਆਪਣੇ ਵੀਰ ਨੂੰ ਕਿਹਾ ਵੀ ਇਹ ਫੋਟੋ ਲਾ, ਕਿਉਂਕਿ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਨਹੀਂ, ਕਿਉਂਕਿ ਅਸੀਂ ਪੜ੍ਹਦੇ ਵਿਚਾਰਦੇ ਬਹੁਤ ਘੱਟ ਹਾਂ। ਜਿਹੜੇ ਤੁਹਾਨੂੰ ਸਮਾਜ ਵਿੱਚ ਕਈ ਸਿਰ ਅਡਾਉਂਦੇ ਨਜ਼ਰ ਆਉਣਗੇ ਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਕਿਉਂਕਿ ਉਹ ਸਾਡੀ ਪ੍ਰੋਬਲਮ ਬਹੁਤ ਵੱਡੀ ਵੀ ਅਸੀਂ ਸਟੱਡੀ ਖੁਦ ਨਹੀਂ ਕਰਦੇ। ਇਹ ਤਾਂ ਟਾਵੀਆਂ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਇਸ ਦਲਦਲ ਦੇ ਵਿੱਚੋਂ ਛਾਲ ਮਾਰ ਕੇ ਬਾਹਰ ਆ ਰਹੀਆਂ ਨੇ, ਅਤੇ ਜਿਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਕਿ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। 2003 ਵਿੱਚ ਜਦੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ, ਉਦੋਂ ਪੰਜਾਬ ਦੇ CM ਪ੍ਰਕਾਸ਼ ਸਿੰਘ ਬਾਦਲ ਵੀ ਨਾਲ ਸ਼ਾਮਲ ਸੀ, ਅਤੇ ਉਹ ਤਸਵੀਰ ਉੱਦਾਂ ਹੀ ਲੱਗੀ ਹੋਈ ਹੈ। ਜਦੋਂ 2009 ਦੇ ਵਿੱਚ ਮੁੜ ਕੇ ਉਸ ਕੈਲੰਡਰ ਨੂੰ, ਉਹਦੇ ਬਾਰੇ ਸ਼ਬਦ ਆਪਾਂ ਆਮ ਬੋਲਦੇ ਹੁੰਦੇ ਸੀ ਵੀ ਕਤਲ ਕਰ ਦਿੱਤਾ, ਖਤਮ ਕਰ ਦਿੱਤਾ, ਇੰਝ ਕਹਿ ਲਓ। ਉਹਦਾ ਨਾਂ ਬਾਹਰ ਮੂਲ ਨਾਨਕਸ਼ਾਹੀ ਕੈਲੰਡਰ ਰਹਿਣ ਤਾਂ, ਪਰ ਅੰਦਰੋਂ ਸਾਰਾ ਬਿਕਰਮੀ ਕੈਲੰਡਰ ਹੈ, ਕਿਉਂਕਿ ਹਰ ਸਾਲ ਤੁਸੀਂ ਵੇਖਦੇ ਹੋ ਚੇਂਜ ਹੋ ਜਾਂਦਾ। ਜਿਵੇਂ ਐਤਕੀ 9 ਨੂੰ ਆ ਰਿਹਾ ਹੈ, ਹਰ ਸਾਲ ਫਰਕ ਪੈਂਦਾ ਹੈ। ਹੁਣ ਇਹਦਾ ਜਵਾਬ ਬੜਾ ਪਿਆਰਾ। ਜਿਹੜੀਆਂ ਪ੍ਰਬੰਧਕ ਕਮੇਟੀਆਂ
ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਮਾਗਮ ਕਰ ਰਹੀਆਂ। ਉਹਨਾਂ ਕੋਲ ਬੜਾ ਢੁਕਵਾਂ ਜਵਾਬ ਹੈ ਵੀ ਅਸੀਂ ਉਸੇ ਕੈਲੰਡਰ 'ਤੇ ਪਹਿਰਾ ਦੇ ਰਹੇ ਹਾਂ ਜਿਹੜਾ 2003 ਵਿੱਚ ਲਾਗੂ ਹੋਇਆ ਸੀ, ਅਤੇ ਲਾਗੂ ਵੀ ਅਕਾਲ ਤਖਤ ਹੋਇਆ ਸੀ, ਅਤੇ 9 ਤੱਕ ਲਗਾਤਾਰ 3 ਤੋਂ ਲੈ ਕੇ ਸਾਰੇ ਬੋਲੋ ਜੀ 9 ਤੱਕ ਲਾਗੂ ਰਿਹਾ। ਜਦੋਂ JNK ਦੇ ਵਿੱਚ ਇੱਥੇ ਇਹ ਗੱਲ ਮੇਰੇ ਖਿਆਲ 'ਚ 4-5 ਸਾਲ ਪਹਿਲਾਂ ਦੀ ਪੁਰਾਣੀ ਗੱਲ ਹੈ, ਮੈਂ USA ਗਿਆ ਅਤੇ ਉੱਥੇ ਮੈਂ ਹਰ ਸਟੇਜ 'ਤੇ ਗੱਲ ਦੁਹਰਾਈ ਸੀ ਕਿ ਪੂਰੇ ਭਾਰਤ ਵਿੱਚ ਇੱਕ ਐਸੀ ਸਟੇਟ ਹੈ, ਸੂਬਾ ਹੈ, ਜਿੱਥੇ ਹਿੱਕ ਠੋਕ ਕੇ ਅਗਲੇ ਮੂਲ ਨਾਨਕਸ਼ਾਹੀ ਕੈਲੰਡਰ ਉੱਤੇ ਪਹਿਰਾ ਦਿੰਦੇ ਨੇ। ਇਹਦੇ ਨਾਲ ਬਲ ਕਿਹਨਾਂ ਨੂੰ ਮਿਲਦਾ ਹੈ? ਰਾਗੀ ਜਥਿਆਂ ਨੂੰ, ਪ੍ਰਚਾਰਕਾਂ ਨੂੰ, ਜਿਹੜੇ ਦੂਜੇ ਜਾ ਕੇ ਗੱਲ ਕਰ ਸਕਦੇ ਆ ਵੀ ਆਹ ਵੇਖੋ ਜੇ ਇੱਕ ਸੂਬਾ ਪਹਿਰਾ ਦੇ ਸਕਦਾ, ਆਪਾਂ ਨੂੰ ਕੀ ਪ੍ਰੋਬਲਮ ਹੈ। ਜਦੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਵਿੱਚ ਲਾਗੂ ਹੋਇਆ ਸੀ, ਸਭ ਤੋਂ ਪਹਿਲਾਂ ਬਿਆਨ ਇਹਦੇ ਵਿਰੋਧ ਵਿੱਚ ਪਤਾ ਕਿਹਦਾ ਆਇਆ ਸੀ? RSS ਦੇ ਮੁਖੀ ਦਾ, ਕਿ ਸਾਨੂੰ ਇਹ ਕੈਲੰਡਰ ਆਪਣੇ ਮੋਬਾਈਲ ਫੋਨ ਸਾਇਲੈਂਟ ਮੋਡ 'ਤੇ ਕਰ ਲਓ। ਸਾਧ ਸੰਗਤ ਜੀ, ਮੇਰੀ ਬੇਨਤੀ ਹੈ, ਸਮਾਂ ਆਪਣੇ ਕੋਲ ਓਨਾ ਕੀ ਆਪਾਂ ਬੈਠ ਕੇ ਵਿਚਾਰਾਂ ਕਰਨੀਆਂ ਨੇ। ਉਹ ਜਦੋਂ ਰਿੰਗ ਵੱਜਦੀ ਸਾਰਿਆਂ ਦਾ ਧਿਆਨ ਉਖੜਦਾ ਹੈ। ਸਭ ਤੋਂ ਪਹਿਲਾਂ RSS ਦੇ ਮੁਖੀ ਦਾ ਬਿਆਨ ਆਇਆ ਸੀ ਕਿ ਸਾਨੂੰ ਇਹ ਕੈਲੰਡਰ ਪ੍ਰਵਾਨ ਨਹੀਂ ਹੈ। ਹੁਣ ਇਹ ਤੋਂ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਕਿ ਕੈਲੰਡਰ ਹੋਵੇ ਸਾਡੀ ਕੌਮ ਨਾਲ ਸੰਬੰਧਿਤ, ਅਤੇ ਪ੍ਰਵਾਨਗੀ ਕਿਹਦੇ ਕੋਲ ਲੈਣੀ ਪਵੇ? ਬੋਲ ਕੇ ਦੱਸੋ ਹੁਣ। ਉਹ ਬੋਲੋ ਭਾਈ ਗੁਰੂ ਕੇ ਪਿਆਰਿਓ, RSS ਦੇ ਮੁਖੀ ਕੋਲੋਂ। ਇਹਦਾ ਅਰਥ ਕਿੱਦਾਂ ਉਹ ਬੰਦੇ ਤੁਹਾਡੇ ਵਿੱਚ ਘੁਸਪੈਠ ਕਰ ਚੁੱਕੇ ਆ। ਉਹਨਾਂ ਨੇ ਆਪਣੇ ਬੰਦੇ ਛੱਡੇ ਹੋਏ ਆ। ਪੱਗਾਂ ਵੀ ਉਹਨਾਂ ਨੇ ਸਾਡੇ ਵਰਗੀਆਂ ਬੱਧੀਆਂ, ਪੈਂਟ ਕਮੀਜ਼ਾਂ ਵੀ ਪਾਈਆਂ, ਪੈਂਟ ਕੋਟ ਵੀ ਪਾਏ ਆ। ਹੁਣ ਮੈਂ ਅਗਲੀ ਗੱਲ ਕਹਿੰਦਾ, ਚੋਲੇ ਵੀ ਪਾਏ ਆ, ਗਲਾਂ 'ਚ ਹਜੂਰੀਏ ਵੀ ਪਾਏ ਆ। ਸਾਰਾ ਕੁਝ ਉਹਨਾਂ ਨੇ ਐਨ ਪੂਰਾ ਲਿੰਬ ਪੋਚ ਕੇ ਵਿੱਚ ਧਰ ਦਿੱਤਾ ਵਾ, ਅਤੇ ਵਿੱਚੇ ਬਹਿ ਕੇ ਚਿਚੜੀਆਂ ਛੇੜੀ ਜਾਣੀਆਂ। ਲੈ ਇਹ 'ਚ ਕਿਹੜੀ ਫਰਕ ਪੈਂਦਾ? ਇਹਦੇ ਨਾਲ ਕੀ ਫਰਕ ਪੈਂਦਾ? ਫਰਕ ਇਹ ਪੈਂਦਾ ਵੀ ਤੁਸੀਂ ਆਪਣਾ ਘਰ ਵੀ ਮਰਿਆਦਾ ਨਾਲ ਚਲਾਉਂਦੇ ਜੀ। ਘਰ ਦੇ 4 ਜੀ ਆ, ਬਿਨਾਂ ਡਿਸਿਪਲਿਨ ਤੋਂ ਘਰ ਨਹੀਂ ਚੱਲਦਾ। ਜੇ ਘਰ ਦੇ ਵਿੱਚ ਇੱਕ ਨਿਯਮ ਹੈ, ਆਪਾਂ ਘਰ 'ਚ ਇੱਕ ਨੂੰ ਮੁਖੀ ਚੁਣਦੇ ਹਾਂ ਵੀ ਸਾਰਾ ਹਿਸਾਬ ਕਿਤਾਬ ਇੱਕ ਨੂੰ ਦੇਣਾ, ਭਾਵੇਂ ਮਾਂ ਵਾ, ਭਾਵੇਂ ਬਾਪ ਆ, ਭਾਵੇਂ ਦਾਦਾ, ਭਾਵੇਂ ਦਾਦੀ ਹੈ। ਜੇ ਸਾਰੇ ਮਾਂ ਬਾਪ ਕੋਲ ਪੈਸੇ ਲਈ ਜਾਣ ਅਤੇ ਹਿਸਾਬ ਕਿਤਾਬ ਦੇਣ ਨਾ, ਇਮਾਨਦਾਰੀ ਨਾਲ ਦੱਸਿਓ ਘਰ ਚੱਲ ਜਾਏਗਾ ਜੀ? ਬੋਲੋ ਭਾਈ। ਘਰ ਵੀ ਬਿਨਾਂ ਡਿਸਿਪਲਿਨ ਤੋਂ ਨਹੀਂ ਚੱਲਦਾ, ਅਤੇ ਕੌਮਾਂ ਦਾ ਵੀ ਤਾਂ ਕੋਈ ਨਾ ਕੋਈ ਡਿਸਿਪਲਿਨ, ਨੇਮ, ਮਰਿਆਦਾ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਸਭ ਤੋਂ ਵੱਧ ਮੁੜ ਕੇ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ। ਖੈਰ ਆਓ ਆਪਾਂ ਰਲ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਚਾਰਾਂ, ਜੋ ਅਜੋਕੇ ਹਾਲਾਤ ਨੇ ਉਹਨਾਂ ਬਾਰੇ ਵਿਚਾਰਾਂ ਰਲ ਕੇ ਸਾਂਝੀਆਂ ਕਰੀਏ। ਵਿਚਾਰਾਂ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਦਿਨ ਵੇਲੇ ਵੀ ਅੱਜ ਉਧਮਪੁਰ ਆਪਣੇ ਵੱਲੋਂ ਪ੍ਰਬੰਧਕ ਕਮੇਟੀ ਨੂੰ ਮੁਬਾਰਕ ਦੇ ਕੇ ਆਇਆ। ਤੁਹਾਨੂੰ ਵੀ ਇਸ ਗੱਲੋਂ ਮੈਂ ਵਧਾਈ ਦਿੰਦਾ, ਮੁਬਾਰਕਬਾਦ, ਕਿ ਸ਼ੁਕਰ ਹੈ ਕਿ ਭਾਵੇਂ ਚਾਹੁੰਦੀ ਨੇ ਪਰ ਕੁਝ ਕਮੇਟੀਆਂ ਨੇ ਜਿਹੜੀਆਂ ਇਸ ਗੱਲ 'ਤੇ ਪਹਿਰਾ ਦੇ ਰਹੀਆਂ ਨੇ। ਨਹੀਂ ਤਾਂ ਬਹੁਤੇ ਸਾਡੇ ਕਈ ਵਾਰੀ ਭੈ ਭੀਤ ਹੋ ਜਾਂਦੇ ਨੇ, ਡਰ ਜਾਂਦੇ ਨੇ ਵੀ ਨਹੀਂ ਜੀ ਉੱਥੋਂ ਆਹ ਹੋ ਗਿਆ। ਉਹਨਾਂ ਨੂੰ ਜਵਾਬ ਇਹੋ ਦਿਆ ਕਰੋ ਵੀ ਅਸੀਂ ਕੋਲੋਂ ਨਹੀਂ ਕਿਹਾ, ਇਹ 2003 ਵਿੱਚ ਜਿਹੜਾ ਲਾਗੂ ਹੋਇਆ ਸੀ। ਨਾਲੇ ਗੱਲ ਸਿੱਧੀ ਜੀ ਆ, ਇਹਦੇ ਵਿੱਚ ਕੋਈ ਵਲ ਫਰੇਬ ਨਹੀਂ ਆ, ਜੋੜ ਘਟਾਓ ਨਾ ਆਪਾਂ ਕਰੀਏ। ਜੇ ਕ੍ਰਿਸਚਨਾਂ ਦਾ 25 ਦਸੰਬਰ ਨੂੰ ਹਰ ਸਾਲ ਕ੍ਰਿਸਮਸ ਡੇ ਆਉਂਦਾ, ਉਹ ਚੇਂਜ ਨਹੀਂ ਕਰਦੇ, ਨਾ 24 ਨੂੰ ਆਉਂਦਾ ਅਤੇ ਨਾ ਉਹ 26 ਨੂੰ ਆਉਂਦਾ। ਦਿਨ ਉਹਨਾਂ ਦਾ ਇੱਕ ਤੈਅ ਆ, ਮੁਕਰਰ ਵਾ। ਸਾਡੇ ਦਿਨ ਕਿਉਂ ਬਦਲਦੇ ਨੇ? ਸਵਾਲ ਇਹ ਪੈਦਾ ਹੁੰਦਾ ਵੀ ਸਾਡੀ ਪੀੜ੍ਹੀ ਆ, ਸਾਡੇ ਬੱਚੇ ਆ, ਸਾਡੇ ਅੱਗੇ ਪੁੱਤਾਂ ਧੀਆਂ ਨੇ ਸਾਨੂੰ ਪੁੱਛਣਾ, ਅਸੀਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ? ਕਮ ਸੇ ਕਮ ਇੱਕ ਦਿਨ ਨਿਸ਼ਚਿਤ ਕਰ ਲਓ। ਹਰ ਸਾਲ ਕੀ ਤਮਾਸ਼ਾ ਬਣ ਜਾਂਦਾ ਹੈ? ਇਹ ਹੈ ਤਾਂ ਮਾਫ਼ ਕਰਨਾ, ਹੈ ਤਾਂ ਤਮਾਸ਼ਾ ਹੀ ਆ ਨਾ ਇਹ। ਹੁਣ ਉਸ ਤਮਾਸ਼ੇ 'ਚ ਕਈ ਸ਼ਾਮਲ ਹੋ ਜਾਂਦੇ ਨੇ ਸਾਡੇ, ਜਿਹੜੇ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ ਨੇ, ਉਹ ਸ਼ਾਮਲ ਹੁੰਦੇ ਨੇ। ਜ਼ਰੂਰੀ ਨਹੀਂ ਹਰ ਬੰਦਾ ਜਾ ਕੇ ਲੜੇ। ਲੜਾਈ ਨੂੰ ਹੱਲਾਸ਼ੇਰੀ ਦੇਣ ਵਾਲਾ ਵੀ ਓਨਾ ਹੀ ਕਸੂਰਵਾਰ ਮੰਨਿਆ ਜਾਂਦਾ। ਜਦੋਂ ਜਾ ਕੇ ਇੱਦਾਂ ਗੱਲ ਢਿੱਲੀ ਜੀ ਕਰਨੀ, ਪਹਿਰਾ ਦੇਣ ਦੀ ਲੋੜ ਹੈ। ਅਤੇ ਮੈਂ ਇਹ ਗੱਲ ਕਹਿਣਾ ਕਿ ਭਾਵੇਂ ਉਹ ਚਾਹੁੰਦੀ ਨੇ, ਪਰ ਜਿਹੜੇ ਸਿਰ ਕੱਢ ਕੇ ਇਸ ਗੱਲ 'ਤੇ ਮੋਹਰ ਲਾਉਂਦੇ ਨੇ, ਪਹਿਰਾ ਦਿੰਦੇ ਨੇ, ਇਹਦੇ ਨਾਲ ਦੂਜਿਆਂ ਨੂੰ ਬਲ ਮਿਲਦਾ, ਤਾਕਤ ਮਿਲਦੀ ਵੀ ਸ਼ੁਕਰ ਹੈ ਭਾਈ ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ। ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਿਹੜੀ ਨਿੱਜੀ ਜੰਗ ਸੀ ਭਲਾ? ਜੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਜਦੋਂ ਉਹਨਾਂ ਦੀ ਸਟੱਡੀ ਕਰੋਗੇ ਤੁਹਾਨੂੰ ਸਮਝ ਆਊਗੀ ਵੀ ਗੁਰੂ ਸਾਹਿਬ ਜੀ ਦੀ ਆਪਣੀ ਕੋਈ ਨਿੱਜੀ ਪਰਸਨਲ ਜੰਗ ਸੀ ਭਲਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ, ਉਲਟ ਜਾਤ ਕੁੱਲ ਦੋ ਵਿਸਾਰੀ,
सुन सहज में बुनत हमारी, हमरा झगड़ा रहा ना को पंडित मुला छाड़े दो। थोड़ी जी रिपीट घटा दो जी, सारे नाल पढ़ो। उल्ट जात कुल दो विसारी, सुन सहज मैं। सासन जी अद्धियां तुकां मैं पता क्यों बोलदा, अद्धियां तुसीं बोलो। ये तो एक तो बुलारे नूं ये पता लग जाता भी किन्ने स्रोते संगत विच बाणी, बोलो भैणों वीरो, पढ़न वाले बैठे आ। अज प्रॉब्लम यह आ, एक तो अपने घरां च शुरुआत करो, अपने घरां च लाइब्रेरियां बनाओ, किताबां रखो। क्रिश्चन लोग किद्दां प्रचार करते आ, वो निक्की निक्की गल ते ध्यान दिंदे आ। फ्रिजनों की गल USA की मैं दसन लगा, उत्थे पंजाबी परिवार रहिंदा, उन्हां दे घर वो एक चर्च की ओपनिंग करनी सी, तो लिटरेचर लैके आ गए। वो लिटरेचर इंग्लिश च लैके आए, तो अगेओं पंजाबी परिवार ने अपनियां भैणां ने कहता जी असीं सरदार हाँ, असीं पंजाबी पढ़ते हैं, पंजाबी, बल्कि उन्होंने इंग्लिश आउंदी सी, उन्होंने दस्सण लई कि असीं ये तुहाडा लिटरेचर लैणा नहीं। अगले दिन वो पंजाबी च पंफलेट बना के लै आए। ये तो उन्होंने को पंजाबी का लिटरेचर भी हैगा सी, तां कि साडे मैसेज तो कोई बंदा किते, बोलो सारे जी, वांझा ना रहे जी। वो कितना लंबा सोचते आ। उन्हें अपने वालों पंफलेट तुहाडे घर सुट्टता वा, तुसीं अग्गेओं कहना मैं नहीं पढ़ता, उनके घर लै जाओ। तुसीं घर जाके शोकेस ते रखोगे, किते टेबल ते रखोगे, किते ना किते पिया रहू। आने वाले समय दे विच किते अपने घर च कोई ना कोई चीज़ पई, आपां आसे पासे हुन्ने आ, असीं चढ़ाई कर जाने आ, तुहाडे घर च पई होई चीज़ तुहाडा पुत्त धी पढ़ेगा, उहदे ब्रेन च एक चीज़ तो जाएगी ना भी मेरा डैडी भी ये इतिहास लिटरेचर पढ़दा। अज मारो अपने घरां विच ध्यान, किन्नियां घरां च मैगजीन आउंदा, किन्नियां घरां दे विच 2-4 सिक्खी नाल संबंधित किताबां पईयां ने। किन्ने घर ने जिन्हां घरां विच कोई सहित पिया होवे, कोई किताब पई होवे, असीं बाजार विचों लंघदे आ ना, ਉਹ ਵੀ ਚੀਜ਼ਾਂ कई बार असीं खरीद के घर लै जाने जिन्हां तो बिना साडा सरदा है। मारिओ ध्यान, कई बार ऐसियां चीज़ां होंदियां जिह तो बिना साडा सरदा सी, पर आपां नूं चंगी लगी, आपां लै आए। पैसे की परवाह नहीं की, आपां कहा कोई गल नहीं, चंगी लगी है लै आओ। घर च जी 3 ने, साधन 5 खलोते ने, 2 ਸਕੂਟਰੀਆਂ खलोतियां ने, 2 मोटरसाइकिल खलोते ने, 1-2 ਗੱਡੀਆਂ खलोतियां ने। सार नूं बंदा एक दिन 2 ना भी सार सकता है, पर बंदा कहता कोई गल नहीं, पैसे है फिर किहड़ी गल है। शौक ना लागे बुलट भी डके है, शौक ना लागे एक बाइक भी डकी है, एक स्कूटरी भी डकी है। जे बाकी कामां वास्ते बंदा अपना शौक पाल सकता है, तो ਸਾਹਿਤ घरां च लिटरेचर पिया होवे, साडे कोल लाइब्रेरी बनी होवे, शुरुआत की जा सकती है, बड़ियां ने की है। सोहना अपने घर च एक गिलास ला लो, सीसा ला लो सोहना, विच किताबां लिया के सोहणियां रखो। किते तुसीं घर च कल्ले बैठे जे, एक बारी शौक पाल के वेख लो, तुसीं तुहानूं अपने आप राह पै जाना, मैं पढ़न दा मेरे अंदर रुचि पैदा होवे, मैं कुछ पढ़ां। अज प्रॉब्लम यह है कि साडे विच पढ़न दा शौक बहुत घट है। तुसीं भी, तुहाडे चों कई मेरे वीर भैणां सफ़र करते होने, तुहाडे चों कईयां दे पुत्तर धी बाहर होने ने, इत्थे भी तुसीं सफ़र करते होगे, तुसीं कदी नोट कीता होएगा। मैं तो बहुत चीज़ां मैं बहुत चीज़ां नोट करदा। आपां घरों तुरदे आ, कपड़े बैग च पाउने आ भी मैं उत्थे 2 दिन रहना, 1 दिन रहना। कभी ऐसा होया कि बंदा कहे किताब नाल पा लां भी जो मेरा रस्ते किते मैं कल्ला आऊँगा तो मैं किताब पढ़ लूँ कोई। अज तो मैं कह रहा किताब पाउण दी लोड़ भी है नहीं, तुसीं अपने मोबाइल 'च डाउनलोड कर सकते हो, भावें 5000 किताब डाउनलोड कर लो। मैं अपने जीवन च गोरियां नूं पढ़दे वेखिया। गोरा 70 साल का मेरे लागे प्लेन च बैठा, प्लेन उड्डण तो लैके प्लेन दे धरती दे आउण तक उस बंदे ने किताब नहीं छड्डी अपने इत्थों, तो मैं उहदे लागे बैठा। मैं भी अपनी, क्योंकि साडा काम है असीं स्टडी करते हैं, तो मैं मन च सोचिया, मैं क्या कदी आपां पंजाबी भी कोई इदां वेखिया? तुसीं वेखिया अपनी जिंदगी च कोई पंजाबी? तुसीं जो सफ़र करते हो ट्रेन च, तुहाडे लैके किताब लेके पढ़दा होवे, 4.5 जने इकट्ठे होण के की कहणगे, लियाओ ताश खेड लीए। दस दो जे गलत है, आओ 4 जने बह के बोलो भाई ताश खेड लीए। वो बंदे ने किताब नहीं छड्डी अपने उत्तों, तो मैं उहदे वल वेख रिहा सी। उन्हें
2 ਘੰਟੇ ਦੀ ਫਲਾਈਟ ਵਿੱਚ ਘੱਟ ਤੋਂ ਘੱਟ ਵੀ 100 ਸਵਾ 100 ਪੰਨੇ ਦੀ ਕਿਤਾਬ ਪੜ੍ਹਦੀ। ਸਾਡੇ ਹੈ ਹੀ ਨਹੀਂ ਸ਼ੌਂਕ, ਅਸੀਂ ਇਹ ਚੀਜ਼ਾਂ ਆਪਣੇ ਅੰਦਰ ਪਾਲੀਆਂ ਹੀ ਨਹੀਂ। ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ। ਜਦੋਂ ਸਿੰਘ ਬ੍ਰਦਰ ਵਾਲਿਆਂ ਕੋਲ ਅਸੀਂ ਕਿਤਾਬ ਲੈਣ ਗਏ ਨਾ, ਅਤੇ ਅਸੀਂ ਜਦੋਂ ਜਾ ਕੇ ਪਿੰਡਾਂ 'ਚ ਇੱਦਾਂ ਦਿੱਤੀ ਵੀ ਪੜ੍ਹੋ, ਘਰਾਂ ਜਾਵੇ, ਤਾਂ ਸਾਨੂੰ ਉਹ ਕਹਿੰਦੇ ਜੀ ਅਸੀਂ ਇਹ ਜਦੋਂ ਜਿੰਨੀ ਛਾਪੀ ਸੀ ਸਾਡੇ ਕੋਲ ਖੜਦਾ ਕੋਈ, ਤੁਸੀਂ ਕਿੱਥੇ ਲੈ ਕੇ ਜਾਂਦੇ ਹੋ ਕਿਤਾਬਾਂ। ਅਸੀਂ ਕਿਹਾ ਹੌਲੀ ਹੌਲੀ ਰੁਚੀ ਹੈ ਨਹੀਂ ਸਾਡੀ ਕੌਮ ਦੇ ਵਿੱਚ ਰੁਚੀ ਹੈ ਨਹੀਂ ਪੜ੍ਹਨ ਦੀ। ਤੁਸੀਂ ਬਾਜ਼ਾਰ ਜਾਂਦੇ ਹੋ, ਮੇਰੇ ਭਰਾ ਬੈਠੇ ਹੋ, ਮੇਰੀਆਂ ਭੈਣਾਂ ਬੈਠੀਆਂ ਜੇ, ਤੁਸੀਂ ਮਾਰਕੀਟ ਜਾਂਦੇ ਹੋ, ਤੁਸੀਂ ਫਰੂਟ ਲੈਣ ਜਾਂਦੇ ਹੋ, ਤੁਸੀਂ ਫਰੂਟ ਦਾ ਨਾਮ ਲੈਂਦੇ ਹੋ ਜਾ ਕੇ, ਮੈਂ ਐਪਲ ਲੈਣ ਆਇਆ, ਮੈਂ ਸੰਤਰੇ ਲੈਣ ਆਇਆ, ਮੈਂ ਕੀਵੀ ਫਰੂਟ ਲੈਣ ਆਇਆ। ਤੁਸੀਂ ਨਾਮ ਲੈਂਦੇ ਹੋ ਨਾ ਜਾ ਕੇ ਫਰੂਟ ਦਾ। ਤੁਸੀਂ ਇੱਦਾਂ ਥੋੜ੍ਹਾ ਕਹਿੰਦੇ ਹੋ ਫਰੂਟ ਦੇ ਦਿਓ। ਤੁਸੀਂ ਕੀ ਲੈਣ ਆਏ ਉਹਦਾ ਨਾਮ। ਤੁਸੀਂ ਕੱਪੜਾ ਲੈਣ ਜਾਂਦੇ ਹੋ ਬਾਜ਼ਾਰ 'ਚ, ਜਾਂਦੇ ਦੁਕਾਨਦਾਰ ਨੂੰ ਕੱਪੜਾ ਦੱਸ ਦਿਓ ਮੈਂ ਕਿਹੜਾ ਲੈਣ ਆਇਆ। ਤੁਸੀਂ ਘਰੋਂ ਗੱਡੀ ਲੈਣ ਜਾਂਦੇ ਹੋ, ਤੁਸੀਂ ਗੱਡੀ ਬਾਰੇ ਵੀ ਸੋਚ ਕੇ ਜਾਂਦੇ ਹੋ ਮੈਂ ਕਿਹੜੀ ਲੈ ਕੇ ਆਉਣੀ ਆ। ਟੋਇਟਾ ਦੀ ਲੈ ਕੇ ਆਉਣੀ ਆ, ਆਡੀ ਲੈ ਕੇ ਆਉਣੀ ਆ, ਮਰੂਤੀ ਵਾਲਿਆਂ ਦੀ ਲੈ ਕੇ ਆਉਣੀ ਆ, ਸੈਕਿੰਡ ਹੈਂਡ ਲੈ ਕੇ ਆਉਣੀ, ਨਵੀਂ ਲੈ ਕੇ ਆਉਣੀ। ਤੁਸੀਂ ਜਿਹੜੀ ਚੀਜ਼ ਲੈਣੀ ਆ ਨਾ ਉਹਦੀ ਪਿਕਚਰ ਤੁਹਾਡੇ ਦਿਮਾਗ 'ਚ ਹੈ, ਤੁਹਾਨੂੰ ਉਹਦਾ ਨਾਮ ਪਤਾ। ਤੁਸੀਂ ਮਠਿਆਈ ਵਾਲੀ ਦੁਕਾਨ 'ਤੇ ਜਾਣਾ, ਸਾਨੂੰ ਮਠਿਆਈ ਬਾਰੇ ਅਸੀਂ ਇਹ ਥੋੜ੍ਹਾ ਕਦੀ ਕਿਹਾ ਕੋਈ ਚੰਗੀ ਜਿਹੀ ਮਠਿਆਈ ਦੇ ਦੇ। ਆਪਾਂ ਕਹਿੰਦੇ ਹਾਂ ਵੀ ਅਸੀਂ ਚਮਚਮ ਲੈਣ ਆਏ ਹਾਂ, ਰਸਗੁੱਲਾ ਲੈਣ ਆਏ ਹਾਂ, ਅਸੀਂ ਗੁਲਾਬ ਜਾਮੁਨ ਲੈਣ, ਅਸੀਂ ਨਾਮ ਲੈਂਦੇ ਹਾਂ। ਇਹਦਾ ਮਤਲਬ ਸਾਨੂੰ ਉਹਨਾਂ ਚੀਜ਼ਾਂ ਬਾਰੇ ਨੌਲੇਜ ਆ। ਉੱਥੇ ਸਟਾਲ ਲਾ ਲਓ ਕਿਤਾਬਾਂ ਦਾ ਬਾਹਰ। ਟਾਵਾਂ ਬੰਦਾ ਹੋਵੇਗਾ ਜਿਹੜਾ ਜਾ ਕੇ ਉੱਥੇ ਰਾਈਟਰ ਦਾ ਨਾਮ ਲਓ ਵੀ ਇਸ ਰਾਈਟਰ ਦੀ ਕਿਤਾਬ ਦੇ ਦਿਓ, ਅਤੇ ਆਹ ਕਿਤਾਬ ਹੈ ਜਿਹਦਾ ਮੈਂ ਨਾਮ, ਆਹ ਕਿਤਾਬ ਦਾ ਨਾਮ ਹੈ ਜਿਹੜੀ ਮੈਂ ਕਿਤਾਬ ਲੈ। ਕੀ ਕਹਿਣਗੇ ਕੋਈ ਚੰਗੀ ਜਿਹੀ ਕਿਤਾਬ ਹੈਗੀ ਅਤੇ ਬੋਲੋ ਜੀ। ਹੁਣ ਇਹ ਚੰਗੀ ਜਿਹੀ ਕਿਤਾਬ ਦਾ ਕੀ ਫਾਰਮੂਲਾ ਜੀ, ਕੀ ਮਾਪਦੰਡ ਹੈ। ਚੰਗੀ ਜਿਹੀ ਕਿਤਾਬ ਜਿਹੜਾ ਰੱਖ ਕੇ ਬੈਠਾ ਉਹਦੇ ਚੰਗੀ। ਹੁਣ ਕੱਪੜੇ ਵਾਲੇ ਨੂੰ ਜਾ ਕੇ ਚੰਗਾ ਜਿਹਾ ਕੱਪੜਾ ਦੇ ਦਿਓ, ਉਹ ਕਈ ਕਹੇਗਾ ਵੀ ਮਾੜਾ ਕੱਪੜਾ ਵੀ ਰੱਖਿਆ ਮੈਂ। ਉਹ ਕਹੇਗਾ ਕੱਪੜਾ ਰੱਖ ਕੇ ਬੈਠਾ ਮੈਂ ਤਾਂ ਸਾਰੇ ਚੰਗਾ ਰੱਖ ਕੇ ਬੈਠਾ। ਤੁਸੀਂ ਫਰੂਟ ਵਾਲੇ ਨੂੰ ਕਹੋ ਵੀ ਚੰਗਾ ਜਿਹਾ ਫਰੂਟ ਦੇ ਦਿਓ, ਉਹ ਕਹਿੰਦਾ ਮੈਂ ਤਾਂ ਸਾਰੇ ਚੰਗਾ ਰੱਖ ਕੇ ਬੈਠਾ, ਤੁਸੀਂ ਦੱਸੋ ਕੀ ਲੈਣਾ ਹੈ। ਹੁਣ ਤੁਸੀਂ ਐਪਲ ਲੈਣ ਆਏ ਹੋ, ਮੈਂ ਤੁਹਾਨੂੰ ਸੰਤਰੇ 2 ਕਿਲੋ ਚੁਕਾ ਦਾਂ, ਇਹ ਕਿੱਦਾਂ ਤੁਕ ਬਣੇਗੀ ਵੀ। ਜੋ ਤੁਸੀਂ ਲੈਣ ਆਏ ਉਹ ਦੱਸੋ। ਦੁਕਾਨਦਾਰ ਪਾ ਕੇ ਬੈਠਾ ਹੋਇਆ। ਮੈਂ ਗੱਲ ਰੁਚੀ ਦੀ ਕਰ ਰਿਹਾ, ਮੈਂ ਸਰੋਤੇ ਦੀ ਗੱਲ ਕਰ ਰਿਹਾ। ਸਰੋਤ ਇੰਨਾ ਨੀਵਾਂ ਹੋ ਗਿਆ ਕਿ ਅੱਜ ਕਿਹਨੂੰ ਪਤਾ ਸਰਦਾਰ ਕਰਮ ਸਿੰਘ ਹਿਸਟੋਰੀਅਨ ਕੌਣ ਹੈ, ਕਿਹਨੂੰ ਪਤਾ ਪ੍ਰਿੰਸੀਪਲ ਗੰਗਾ ਸਿੰਘ ਕੌਣ ਸੀ, ਕਿਹਨੂੰ ਪਤਾ ਗੰਡਾ ਸਿੰਘ ਕੌਣ ਸੀ। ਕੌਣ ਪੁੱਛੂਗਾ ਜਾ ਕੇ ਪ੍ਰੋਫੈਸਰ ਸਾਹਿਬ ਸਿੰਘ ਵੀ ਉਹਨਾਂ ਦੀਆਂ ਕਿਤਾਬਾਂ ਬਾਰੇ, ਉਹਨਾਂ ਦੇ ਕੋਈ ਮੈਨੂੰ ਪੋਥੀ ਬਾਰੇ ਦੱਸੋ ਕਿ ਉਹਨਾਂ ਨੇ ਕਿੰਨੀਆਂ ਕਿਤਾਬਾਂ ਲਿਖੀਆਂ ਨੇ। ਜੇ ਅਸੀਂ ਨਹੀਂ ਯਾਦ ਕਰਾਂਗੇ, ਜੇ ਇੱਥੇ ਆਪਾਂ ਨਹੀਂ ਯਾਦ ਕਰਾਂਗੇ, ਅਗਲੀ ਪੀੜ੍ਹੀ ਤੋਂ ਕੀ ਉਮੀਦ ਲਾਵਾਂਗੇ ਜੀ। ਆਪਾਂ ਉਮੀਦ ਲਾ ਸਕਦੇ ਹਾਂ? ਬਿਲਕੁਲ ਨਹੀਂ ਲਾ ਸਕਦੇ। ਅਜੇ ਵੀ ਜਿਹਨੂੰ ਪੰਜਾਬੀ 'ਚ ਕਹਿੰਦੇ ਡੁੱਲਿਆਂ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਜਦੋਂ ਜਾਗੀ ਉਦੋਂ ਸਵੇਰਾ। ਹੁਣ ਵੀ ਸੁਚੇਤ ਹੋ ਜਾਈਏ, ਅਜੇ ਵੀ ਵਕਤ ਦੇ ਅਸੀਂ ਹਾਣੀ ਬਣ ਜਾਈਏ ਵੀ ਅਸੀਂ ਕਿੱਦਾਂ ਆਪਣੀ ਕੌਮ ਪ੍ਰਤੀ ਸੁਚੇਤ ਹੋਣਾ, ਕਿੱਦਾਂ ਸਾਨੂੰ ਆਪਣੀ ਕੌਮ ਬਾਰੇ ਪਤਾ ਹੋਣਾ ਚਾਹੀਦਾ ਵੀ ਕਿੱਥੋਂ ਅਸੀਂ ਤੁਰੇ ਹਾਂ। ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹੈ, 43 ਸਾਲ ਦੀ ਸਮੁੱਚੀ ਆਰਜ਼ੂ, ਹਰ ਸਾਲ ਪ੍ਰਕਾਸ਼ ਪੁਰਬ ਮਨਾਉਂਦੇ ਹਾਂ। ਮੈਂ ਸਿਰਫ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਅੱਜ ਦਿਨੇ ਵੀ ਦੀਵਾਨ 'ਚ ਇਹ ਗੱਲ ਸਾਂਝੀ ਕਰਕੇ ਆਇਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਵਨ ਹਰ ਪੱਖ ਤੋਂ ਵੇਖੋਗੇ ਨਾ ਤੇ ਆਪਣੇ ਮੂੰਹ 'ਚੋਂ ਵਾਹ ਵਾਹ ਹੀ ਨਿਕਲੂਗੀ ਵੀ ਏਡੀ ਕਮਾਲ ਦੀ ਉਹਨਾਂ ਦੀ ਜੀਵਨ ਸ਼ੈਲੀ ਆ। ਜੇ ਉਹ ਸਮਾਜ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਵੀ ਉਹਨਾਂ ਨੇ ਪਟਨਾ ਸਾਹਿਬ ਦੀ ਧਰਤੀ 'ਤੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਪੰਜਾਬ ਦੀ ਧਰਤੀ ਵੱਲ ਨੂੰ ਆਉਂਦੇ ਨੇ। ਪਿਤਾ ਜੀ ਉਹਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਇੱਕ ਪਿੰਡ ਵਸਾਉਂਦੇ ਨੇ, ਸ਼ਹਿਰ ਵਸਾਉਂਦੇ ਨੇ, ਜਿਹਦਾ ਨਾਮ ਚੱਕ ਨਾਨਕੀ ਹੈ, ਜਿਹਦਾ ਬਾਅਦ ਵਿੱਚ ਨਾਮ ਪੈਂਦਾ ਅਨੰਦਪੁਰ ਸਾਹਿਬ। 13 ਜੰਗਾਂ ਹਿੰਦੂ ਪਹਾੜੀ ਰਾਜਿਆਂ ਨਾਲ ਲੜਨੀਆਂ ਪਈਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜੀਆਂ ਅੱਜ ਅਸੀਂ ਬਨਫੀ ਕਰ ਰਹੇ ਹਾਂ, ਵਿੱਚੋਂ ਛੱਡ ਰਹੇ ਹਾਂ। ਅਸੀਂ ਲੜਨੀਆਂ ਕਿਉਂ ਪਈਆਂ? ਸਵਾਲ ਇਹ ਹੈ ਕਿਉਂ ਲੜਨੀਆਂ ਪਈਆਂ? ਕੋਈ ਜੰਗ ਦੀ ਕਿਹੜੀ ਜੰਗ ਕਿਹੜੀ ਸੀ ਗੁਰੂ ਸਾਹਿਬ ਦੀ? ਮਤਲਬ ਉਹਨਾਂ ਦੀ ਕੋਈ ਘਰੇਲੂ ਲੜਾਈ ਸੀ, ਕੋਈ ਪਰਸਨਲ? ਇੱਕ ਗੱਲ ਵੀ ਦੱਸੇ ਕੋਈ ਵੀ ਗੁਰੂ ਗੋਬਿੰਦ ਸਿੰਘ ਦਾ ਕੋਈ ਪਰਸਨਲ ਮੈਟਰ ਕੀ ਸੀ? ਗੁਰੂ ਸਾਹਿਬ ਆਮ ਮਾਨਵਤਾ ਦੇ ਹੱਕ ਵਿੱਚ ਲੜ ਰਹੇ ਸੀ। ਪਾਣੀ ਪਿਆਉਣਾ, ਪਾਣੀ ਢੋਣਾ, ਰੋਟੀ ਬਣਾਉਣੀ, ਇਹ ਕੰਮ ਦਲਿਤਾਂ ਦੇ ਹਿੱਸੇ ਆਇਆ ਸੀ, ਜਿਹਨੂੰ ਅੱਜ ਅਸੀਂ ਸੇਵਾ ਦਾ, ਸਾਨੂੰ ਗੁਰੂ ਸਾਹਿਬ ਨੇ ਉਸ ਕੰਮ ਨੂੰ ਸੇਵਾ ਕਿਹਾ ਵੀ ਹਰ ਬੰਦਾ ਪਾਣੀ। ਫੈਕਟਰੀ ਦਾ ਮਾਲਕ ਵੀ ਸੰਗਤ ਵਿੱਚ ਪਾਣੀ ਵਰਤਾ ਰਿਹਾ ਹੁੰਦਾ। 100 ਏਕੜ ਜ਼ਮੀਨ ਦਾ ਮਾਲਕ, ਚੀਕਾਂ ਨਿਕਲ ਗਈਆਂ ਲੋਕਾਂ ਦੀਆਂ ਦਿੱਲੀ ਦੀ ਧਰਤੀ 'ਤੇ।
1000 ਏਕੜ ਦਾ ਮਾਲਕ ਤੇ ਆੜਤੀਆ ਸਧਾਰਨ ਜੀ ਕੁੜਤੀ ਪਾ ਕੇ ਸੰਗਤ 'ਚ ਲੰਗਰ ਵਰਤਾ ਰਿਹਾ। 1000 ਏਕੜ ਦਾ ਮਾਲਕ ਸਧਾਰਨ ਜੀ ਕੁੜਤੀ ਪਾ ਕੇ, ਉਹਨੂੰ ਵੇਖ ਕੇ ਕਿਸੇ ਨੇ ਕਹਿਣਾ ਆਮ ਬੰਦਾ ਹੀ ਹੈ। ਇਹ ਕਿੱਥੋਂ ਆਈ ਚੀਜ਼? ਇਹ ਚੀਜ਼ ਆਈ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਕਿ ਜਦੋਂ ਤੂੰ ਸੰਗਤ ਵਿੱਚ ਆਵੇਂ, ਘਰ ਆਪਣੇ, ਹੁਣ ਜਿਹੜਾ ਅਮੀਰ ਬੰਦਾ ਹੁੰਦਾ ਉਹਦੇ ਡਾਈਨਿੰਗ ਟੇਬਲ 'ਤੇ ਉਹਦੀ ਫੈਕਟਰੀ 'ਚ ਕੰਮ ਕਰਨ ਵਾਲਾ ਉਹਦੇ ਬਰਾਬਰ ਬਹਿ ਕੇ ਰੋਟੀ ਥੋੜ੍ਹਾ ਖਾ ਸਕਦਾ। ਉਹਦੇ ਅੰਦਰ ਇੱਕ ਹੀਣ ਭਾਵਨਾ ਰਹਿਣੀ ਹੈ ਵੀ ਤੂੰ ਮਾਲਕ ਹੈ, ਮੈਂ ਤੇਰਾ ਨੌਕਰ। ਪਰ ਸੰਗਤ ਵਿੱਚ ਆਣ ਕੇ ਤੁਸੀਂ ਨੋਟ ਕੀਤਾ ਹੋਏਗਾ ਕਿ ਵੀ ਉਹ ਸੰਗਤ ਵਿੱਚ ਬੈਠਾ ਹੁੰਦਾ ਅਤੇ ਉਹਨੂੰ ਪ੍ਰਸ਼ਾਦਾ ਕੌਣ ਛਕਾ ਰਿਹਾ ਹੁੰਦਾ? ਹੱਥ ਵਿੱਚ ਉਹਨੂੰ ਟੋਕਰਾ ਪ੍ਰਸ਼ਾਦਾਂ ਦਾ ਫੜਿਆ ਹੁੰਦਾ, ਪ੍ਰਸ਼ਾਦਾ ਵਰਤਾ। ਵੈਸੇ ਇਹ ਗੱਲ ਕਰਨੀ ਚਾਹੀਦੀ ਹੈ। ਮੈਂ ਬੜੇ ਦੁਕਾਨਦਾਰ ਵੇਖੇ ਜਿਹੜੇ ਆਪਣੇ ਸਟਾਫ ਨਾਲ ਬੈਠ ਕੇ ਰੋਟੀ ਖਾਂਦੇ ਆ, ਉਹ ਕਹਿੰਦੇ ਜੀ ਸਾਡਾ ਮਾਲਕ ਇਸ ਗੱਲੋਂ ਕਮਾਲ ਦੀ ਗੱਲ ਹੈ, ਰੋਟੀ ਉਹਨੇ ਸਾਡੇ ਵਿੱਚ ਬਹਿ ਖਾਣੀ ਹੈ। ਕਦੀ ਉਹਨੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਤੁਹਾਡਾ ਬੌਸ ਹਾਂ, ਤੁਸੀਂ ਮੇਰੇ। ਅਤੇ ਇਹੋ ਜਿਹੇ ਬੰਦਿਆਂ ਨੂੰ ਮਾਫ਼ ਕਰਨਾ, ਆਪਣੇ ਬਿਜ਼ਨਸ ਵਿੱਚ ਘਾਟਾ ਵੀ ਨਹੀਂ ਪੈਂਦਾ, ਕਿਉਂਕਿ ਫਿਰ ਸਟਾਫ ਉਹਦੇ ਪਰਿਵਾਰ ਦਾ ਮੈਂਬਰ ਬਣ ਕੇ ਕੰਮ ਕਰਦਾ। ਅਤੇ ਜਿਹੜੇ ਬੰਦੇ ਇੱਦਾਂ ਦੇ ਵਿਤਕਰੇ ਕਰਦੇ ਨਾ, ਉਹਨਾਂ ਨੇ 36 ਕੈਮਰੇ ਲਾਏ ਹੁੰਦੇ ਆਪਣੇ ਕਾਰੋਬਾਰ 'ਚ, ਅਤੇ ਚੋਰੀ ਫਿਰ ਵੀ ਬੰਦ ਨਹੀਂ ਹੁੰਦੀ। ਕਿਉਂਕਿ ਅਗਲਾ ਕਹਿੰਦਾ ਜਦੋਂ ਤੈਨੂੰ ਸਾਡੇ 'ਤੇ ਯਕੀਨ ਨਹੀਂ, ਵਿਸ਼ਵਾਸ ਹੀ ਕੈਮਰਿਆਂ 'ਤੇ ਆ, ਅਤੇ ਕੈਮਰਾ 'ਤੇ ਸਾਨੂੰ ਪਤਾ ਵੀ ਕਿੱਥੇ ਕਿੰਨਾ ਕੁ ਚੀਜ਼ ਉਹਨੇ ਕਵਰ ਕਰਨੀ, ਸਾਨੂੰ ਘਬਰਾ ਕਰਨਾ ਸਾਨੂੰ ਆਉਂਦਾ ਹੈ। ਜ਼ਿੰਦਗੀ ਵਿੱਚ ਗੁਰੂ ਸਾਹਿਬ ਜਦੋਂ ਇਹ ਚੀਜ਼ਾਂ ਵੇਖਦੇ ਹਾਂ, ਇਹ ਨੀਅਤ ਗੁਰੂ ਸਾਹਿਬ ਨੇ ਪੱਕੀ ਕੀਤੀ ਸੀ ਕਿ ਇੱਕ ਅਮੀਰ ਬੰਦਾ ਵੀ ਸਧਾਰਨ ਇੱਦਾਂ ਸਮਾਜ ਵਿੱਚ, ਇਹ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਆਹ ਲੀਡਰ ਤਾਂ ਹੁਣ ਵੋਟਾਂ ਵੇਲੇ ਕਰਦੇ ਆ ਨਾ, ਜਦੋਂ ਇਲੈਕਸ਼ਨ ਆਏਗੀ ਆਮ ਬੰਦੇ ਦੇ ਘਰ ਜਾ ਕੇ ਪ੍ਰਸ਼ਾਦਾ ਛਕਣਗੇ, ਆਮ ਬੰਦੇ ਦੇ ਟਿਊਬਵੈੱਲ 'ਤੇ ਜਾਣਗੇ, ਆਮ ਮਾਤਰ ਬੰਦੇ ਦੇ ਘਰ ਜਾ ਕੇ ਬੇਬੇ ਲਿਆ ਮੈਂ ਪ੍ਰਸ਼ਾਦਾ ਛਕਣਾ, ਅਤੇ ਉਹ ਆਮ ਲੋਕਾਂ ਨੇ ਜਾਣਾ ਕਿੱਡਾ ਵਧੀਆ ਲੀਡਰ ਬੰਦਾ ਬਈ। ਪਰ ਗੁਰੂ ਨਾਨਕ ਸਾਹਿਬ ਜਦੋਂ ਭਾਈ ਲਾਲੋ ਦੇ ਘਰ ਗਏ ਨੇ, ਵੋਟਾਂ ਲਈ ਗਏ ਸੀ? ਬੋਲੋ ਸਾਧ ਸੰਗਤ ਜੀ। ਉਹ ਕਿਸੇ ਨੂੰ ਖੁਸ਼ ਕਰਨ ਲਈ ਗਏ ਸੀ ਵੀ ਅੱਜ ਮੈਂ ਭਾਈ ਲਾਲੋ ਦੇ ਘਰ ਆਇਆ, 4 ਬੰਦੇ ਖੁਸ਼ ਹੋਣ ਤੇ ਮੈਨੂੰ ਵੋਟਾਂ ਪਾਉਣਗੇ? ਇਹ ਨੀਚਾਂ ਅੰਦਰ ਨੀਚ ਜਾਤ ਸੀ। ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਇਹ ਗੁਰੂ ਨਾਨਕ ਸਾਹਿਬ ਦਾ ਬੁਨਿਆਦੀ ਅਸੂਲ ਆ, ਮੁੱਢਲਾ ਅਸੂਲ ਵਾ ਕਿ ਜਦੋਂ ਤੁਸੀਂ ਕਿਸੇ ਨਾਲ ਬਰਾਬਰ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ ਹੋ ਨਾ, ਅੱਧਾ ਤਾਂ ਵੈਸੇ ਤੁਹਾਡਾ ਹੋ ਜਾਂਦਾ, ਅੱਧੀਆਂ ਗੱਲਾਂ ਤਾਂ ਤੁਹਾਡੀਆਂ ਵੈਸੇ ਮੰਨ ਜਾਂਦਾ ਵੀ ਯਾਰ ਕਿਆ ਬਾਤ ਹੈ ਜੀ। ਇੱਥੇ ਸਾਡੇ ਅਖੌਤੀ ਧਾਰਮਿਕ ਅਤੇ ਅਖੌਤੀ ਪੋਲੀਟੀਕਲ ਬੰਦੇ, ਅਖੌਤੀ ਧਾਰਮਿਕ ਜਿਨ੍ਹਾਂ ਦੇ ਗੜਵਈ ਵੱਖਰੇ, ਉਹ ਪਤਾ ਹੀ ਆਪਾਂ ਨੂੰ, ਜਿਨ੍ਹਾਂ ਦਾ ਲੰਗਰ ਬਣਾਉਣ ਵਾਲਾ ਵੱਖਰਾ, ਜਿਨ੍ਹਾਂ ਦਾ ਪਹਿਲਾਂ ਐਂ ਸਿਸਟਮ ਆਉਂਦਾ ਵੀ ਚੌਲ ਕਿਹੜੇ ਖਾਣਗੇ, ਦਾਲ ਕਿਹੜੀ ਖਾਣਗੇ, ਇਹ ਪਾਣੀ ਕਿਹੜਾ ਪੀਣਗੇ, ਇਹ ਭੋਜਨ ਕਿੱਦਾਂ ਦਾ ਛਕਣਗੇ। ਕੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੱਕ ਕੋਈ ਇੱਦਾਂ ਦਾ ਸਿਸਟਮ ਰਿਹਾ? ਸੋਚ ਕੇ ਵੇਖੋ ਤੁਸੀਂ। ਗੁਰੂ ਨਾਨਕ ਸਾਹਿਬ ਵੇਲੇ ਇੱਕ ਬਾਬਾ ਕਾਰ ਰੂਪ ਅਤੇ ਦੂਜਾ, ਸਾਧ ਸੰਗਤ ਜੀ ਬੋਲਿਆ ਕਰੋ ਪਿਆਰਿਓ, ਦੂਜਾ ਰਬਾਬੀ, ਕੋਈ ਗੜਵਈ ਨਾਲ ਨਹੀਂ ਹੈ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਗੜੀ 'ਚੋਂ ਨਿਕਲਦੇ ਨੇ। ਮੈਂ ਗੱਲ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ ਦੀ ਗੱਲ ਕਰ ਰਿਹਾ। ਤੁਹਾਨੂੰ ਕਈ ਪਰਿਵਾਰ ਐਸੇ ਮਿਲਣਗੇ, ਮੈਂ ਇਹ ਗੱਲ ਭੋਪਾਲ ਦੀ ਹੈ, ਇਹ ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਹੈ। ਇੱਕ ਸਿੰਧੀ ਪਰਿਵਾਰ ਸੀ, ਸਮਾਗਮ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਚਲੇ ਗਏ ਅਤੇ ਉਹਨਾਂ ਦੇ ਘਰ 'ਚ ਗੁਰੂ ਨਾਨਕ ਸਾਹਿਬ ਦੀ ਤਸਵੀਰ ਲੱਗੀ ਸੀ। ਤੁਹਾਨੂੰ ਪਤਾ ਵੀ ਸਿੰਧੀ ਪਰਿਵਾਰ ਬਹੁਤ ਗੁਰੂ ਨਾਨਕ ਸਾਹਿਬ ਦੇ ਉੱਤੇ ਬਿਲੀਵ ਕਰਦੇ, ਵਿਸ਼ਵਾਸ ਕਰਦੇ ਆ। ਅਤੇ ਉਹਦੇ ਘਰ ਤਸਵੀਰ ਲੱਗੀ ਗੁਰੂ ਨਾਨਕ ਸਾਹਿਬ ਜੀ ਦੀ, ਅਤੇ ਮੈਂ ਉਹਨਾਂ ਨੂੰ ਹੱਸ ਕੇ ਕਿਹਾ ਵੀ ਤੁਹਾਡੇ ਘਰ ਸਿਰਫ ਗੁਰੂ, ਭਾਵੇਂ ਹੈ ਮਨੋਕਲਪਤ ਹੀ ਆ, ਕੱਪੜੇ ਦਾ ਬਹੁਤ ਵੱਡਾ ਕਾਰੋਬਾਰ ਸੀ ਹੁੰਦਾ, ਵੀ ਤੁਹਾਡੇ ਘਰ ਇਕੱਲੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੀ ਕਿਉਂ ਆ? ਹੈਗੀ, ਇਹ ਵੀ ਮਨੋਕਲਪਤ ਆ, ਇਹ ਵੀ ਚਿੱਤਰਕਾਰ ਸੋਭਾ ਸਿੰਘ ਦੀ ਦੇਣ ਹੈ 1923 ਦੀ, ਉਹ ਤੋਂ ਪਹਿਲਾਂ ਹੈ ਨਹੀਂ ਸੀ ਤਸਵੀਰ ਕੋਈ ਵੀ। ਨਾਲੇ ਸਾਡੇ ਵਾਸਤੇ ਗੁਰਮੂਰਤ ਗੁਰ ਸ਼ਬਦ ਹੈ। ਅਸੀਂ ਆਪਣੇ ਗੁਰੂ ਨੂੰ ਸ਼ਬਦ ਵਿੱਚੋਂ ਵੇਖਣਾ, ਗਿਆਨ ਵਿੱਚੋਂ ਵੇਖਣਾ, ਅਸੀਂ ਤਸਵੀਰ 'ਚੋਂ ਨਹੀਂ ਵੇਖਣਾ। ਨਾਲੇ ਜਿਹੜੀ ਬਾਣੀ ਸਾਨੂੰ ਬੁੱਤ ਪੂਜ ਹਿੰਦੂ ਮੂਏ ਵਾਲੀ ਗੱਲ ਕਹਿ ਗਏ ਹੁਣ, ਉਹ ਆਪਣੇ ਬੁੱਤ ਬਣਾਉਣ ਦੀ ਇਜਾਜ਼ਤ ਕਿਵੇਂ ਦੇ ਦੇਣਗੇ? ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਵੇਂ ਇਹ ਹੈ ਮਨੋਕਲਪਤ, ਪਰ ਤੁਸੀਂ ਆਪਣੇ ਘਰ 'ਚ ਇਕੱਲੀਆਂ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਕਿਉਂ ਲਾਈਆਂ ਨੇ? ਭਾਵੇਂ ਹੈ ਮਨੋਕਲਪਤ ਹੀ, ਬਾਕੀ ਕਿਸੇ ਗੁਰੂ ਵਿਅਕਤੀ ਦੀ ਕਿਉਂ? ਕਹਿੰਦੇ ਅਸੀਂ ਮੰਨਦੇ ਇਕੱਲੇ ਗੁਰੂ ਨਾਨਕ ਸਾਹਿਬ ਨੂੰ ਆ। ਮੈਂ ਕਿਹਾ ਮੀਨਿੰਗ ਵੀ ਮੰਨਦੇ ਤੇ ਸੀ ਵੀ ਉਹਨਾਂ ਨੂੰ ਹੀ ਆ। ਇਹ ਸ਼ਬਦ ਕਿਉਂ ਕਿਹਾ? ਅਤੇ ਅਗਲਾ ਸ਼ਬਦ ਸੀ ਉਹਨਾਂ ਦਾ, ਕਹਿੰਦੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਜੰਗਾਂ ਕੀਤੀਆਂ, ਯੁੱਧ ਕੀਤੇ, ਫਿਰ ਉਹ ਲੜਦੇ ਰਹੇ ਸਾਰੀ ਜ਼ਿੰਦਗੀ। ਇਹ ਕਈਆਂ ਦੇ ਦਿਮਾਗ 'ਚ ਪਿਕਚਰ ਬਣੀ ਅਜੇ ਵੀ ਉਹ ਤਾਂ ਲੜਦੇ ਰਹੇ। ਹੁਣ ਇਹਦਾ ਅਰਥ ਅਸੀਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ 'ਚ ਫਰਕ ਸਮਝਦੇ ਹਾਂ?
ਵੀ ਇਹ ਲੜਦੇ ਰਹੇ, ਉਹਨਾਂ ਨੇ ਸਾਰੀ ਜ਼ਿੰਦਗੀ ਘੁੰਮ ਕੇ ਪ੍ਰਚਾਰ ਕੀਤਾ। ਇਹਦਾ ਮਤਲਬ ਅਸੀਂ ਅਜੇ ਤੱਕ ਫਿਰ ਮੈਂ ਸਹਿਜ ਸੁਭਾਅ ਪੁੱਛਿਆ, ਮੈਂ ਕਿਹਾ ਚਲੋ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਮੰਨ ਲਓ, ਸਹਿਜਧਾਰੇ ਦਾ ਮੀਨਿੰਗ ਕੀ ਹੁੰਦਾ? ਮੈਨੂੰ ਕਹਿੰਦੇ ਜਿਹੜਾ ਸਹਿਜੇ ਸਹਿਜੇ ਸਿੱਖੀ ਜਾਵੇ। ਹੁਣ ਜਿਹੜੇ ਉਹਨਾਂ ਨੂੰ ਵਰਡ ਦੱਸੇ, ਕਹਿੰਦੇ ਜਿਹੜਾ ਸਹਿਜੇ ਸਹਿਜੇ ਸਿੱਖੀ ਜਾਵੇ। ਮੈਂ ਕਿਹਾ ਤੁਹਾਡੇ ਉਹ ਕਲੀਨ ਸ਼ੇਪ ਸੀ, ਕਾਰੋਬਾਰ ਕੱਪੜੇ ਦਾ ਸੀ। ਮੈਂ ਕਿਹਾ ਤੁਹਾਡੇ ਪਿਤਾ ਜੀ, ਉਹਨਾਂ ਦੀ ਡੈਥ ਹੋ ਗਈ ਸੀ, ਉਹਨਾਂ ਦੀ ਤਸਵੀਰ ਸਾਹਮਣੇ ਲੱਗੀ ਸੀ, ਉਹ ਵੀ ਕਲੀਨ ਸ਼ੇਪ। ਮੈਂ ਕਿਹਾ ਦਾਦਾ ਜੀ, ਉਹਨਾਂ ਦਾਦਾ ਜੀ ਦੀ ਤਸਵੀਰ ਵੀ ਵਿਖਾਈ, ਉਹ ਵੀ ਕਲੀਨ ਸ਼ੇਪ। ਮੈਂ ਕਿਹਾ ਤੁਹਾਡੇ ਬੱਚੇ ਕਿੰਨੇ? ਕਹਿੰਦੇ ਸੁੱਖ ਨਾਲ 2 ਬੇਟੇ ਨੇ। ਮੈਂ ਕਿਹਾ ਉਹ ਵੀ ਕਲੀਨ ਸ਼ੇਪ। ਮੈਂ ਕਿਹਾ ਸਹਿਜ ਮੁੱਕਣਾ ਕਿੱਥੇ ਜਾ ਕੇ? ਮੈਂ ਕਿਹਾ ਇਹ ਸਹਿਜ ਦਾ ਐਂਡ ਕਿੱਥੇ ਹੋਣਾ? ਜਿਹੜੇ ਕਹਿੰਦੇ ਜੀ ਸਹਿਜਧਾਰੀ, ਸਹਿਜਧਾਰੀ ਹਿੰਦੂ ਸ਼ਬਦ ਨਹੀਂ ਹੈਗਾ, ਸਹਿਜਧਾਰੀ ਮੁਸਲਮਾਨ ਸ਼ਬਦ ਨਹੀਂ ਹੈਗਾ, ਸਹਿਜਧਾਰੀ ਸਿੱਖ ਸ਼ਬਦ ਸਾਡੇ 'ਚ ਪਾ ਦਿੱਤਾ ਗਿਆ। ਸਿੱਖ ਤੇ ਸਿੱਖ ਹੈ, ਇਹ ਸ਼ਬਦ ਸਾਡੇ 'ਚ ਕਸੋੜ ਦਿੱਤਾ ਗਿਆ। ਸਿੱਖ ਮੀਨਿੰਗ ਸਿੱਖ ਹੈ, ਇੱਥੇ ਕੋਈ ਦੂਜਾ ਤੀਜਾ ਦਰਜਾ ਨਹੀਂ ਹੈਗਾ ਵੀ ਇਹ ਸਹਿਜੇ ਸੀ। ਇਹ ਕਿੱਦਾਂ ਪਤਾ ਲੱਗੂ ਸਹਿਜੇ ਸਹਿਜੇ? ਵੀ ਜਿਹੜਾ ਸਹਿਜੇ ਸਹਿਜੇ ਸਿੱਖੀ ਵਿੱਚ ਆ ਰਿਹਾ ਉਹ ਸਹਿਜਧਾਰੀ, ਯਾਨੀ ਕਿ ਦਾਦਾ ਪੜਦਾਦਾ ਤੇ ਹੁਣ ਪਿਤਾ ਤੇ ਅੱਗੇ ਪੁੱਤਰ। ਜਦੋਂ ਮੈਂ ਗੱਲ ਉਹਨਾਂ ਦੀ ਸੁਣੀ, ਮੈਂ ਕਿਹਾ ਵੇਖੋ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਗਏ ਪਾ ਲਿਆ ਕਿ ਜੰਗਾਂ ਲੜਦੇ ਰਹੇ, ਉਹ ਤਾਂ ਪ੍ਰਚਾਰ ਕਰਦੇ ਰਹੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ, ਮੁੱਢ ਉਦੋਂ ਵੱਜ ਗਿਆ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ, ਅਸੀਂ ਸਾਰੇ ਸੰਗਤ ਵਿੱਚ ਇਹੋ ਗੱਲਾਂ ਪ੍ਰਚਾਰ ਕਰਦੇ ਹਾਂ, ਗੁਰਮਤਿ ਦੀਆਂ ਗੱਲਾਂ ਇਹੋ ਕਰਦੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਆਪਾਂ ਸੰਗਤ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਸ਼ਾਂਤੀ ਦੇ ਪੁੰਜ, ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜ੍ਹ ਕੇ ਵੇਖੋ, ਰਾਜੇਸ਼ੀ ਮੁਕੱਦਮ, ਉੱਚੀ ਬੋਲੋ ਪਿਆਰਿਓ, ਮੁਕੱਦਮ। ਮੈਨੂੰ ਲੱਗਦਾ ਸੰਗਤ ਵਿੱਚ ਕੋਈ ਰਾਗੀ ਸਿੰਘੇ ਦਾ ਕੀਰਤਨ ਕਰ ਦੇਵੇ ਨਾ, ਤੇ ਕੋਈ ਪੋਲੀਟੀਕਲ ਬੰਦਾ ਆਇਆ ਹੋਵੇ, ਉਹਦੀ ਪੇਸ਼ੀ ਹੋ ਜਾਣੀ। ਦਰਬਾਰ ਸਾਹਿਬ ਦੇ ਇੱਕ ਰਾਗੀ ਨੇ ਪੜ੍ਹਿਆ ਸੀ ਨਾ ਭਾਈ ਗੁਰਦਾਸ ਜੀ ਦਾ, ਉਹ ਪੌੜੀ ਪੜ੍ਹੀ ਸੀ, ਕੁੱਤਾ ਰਾਜ ਬਹਾਲੀਏ। ਉਹ ਬੋਲੋ ਭਾਈ, ਪੜ੍ਹਿਆ ਸੀ ਨਾ, ਉਹਦੀ ਬਦਲੀ ਕਰਤੀ। ਅਜੇ ਉਹਨੇ ਲਿਖਿਆ ਨਹੀਂ, ਲਿਖਿਆ ਭਾਈ ਗੁਰਦਾਸ ਜੀ ਦਾ, ਸਿਰਫ ਪੜ੍ਹਿਆ ਹੀ ਸੀ। ਸੋਚ ਕੇ ਵੇਖੋ ਵੀ ਲਿਖਿਆ ਭਾਈ ਗੁਰਦਾਸ ਜੀ ਦਾ, ਰਾਗੀ ਸਿੰਘ ਨੇ ਪੜ੍ਹਿਆ, ਅਗਲੇ ਬਦਲੀ ਕਰਤੀ। ਤੇ ਜੇ ਕਿਤੇ ਲਿਖਿਆ ਹੋਵੇ ਫੇਰ ਕੀ ਹੋਊਗਾ? ਇਹ ਤੋਂ ਪਤਾ ਲੱਗ ਗਿਆ ਅਸੀਂ ਕਿੰਨੇ ਗੁਲਾਮ ਆ। ਨਿਸ਼ਾਨ ਸਾਹਿਬ ਭਾਵੇਂ ਅਸੀਂ 100 ਫੁੱਟ ਕਰ ਲਈਏ, ਹੈ ਨਿਸ਼ਾਨ ਸਾਹਿਬ ਦੀ ਕਿਹੜੀ ਗੱਲ ਹੈ? ਆ ਫੜੋ ਜੀ ਬੱਚੇ ਨੂੰ ਪਲੀਜ਼, ਆਵਾਜ਼ ਕਿੜ ਦੀ ਆਵਾਜ਼। ਤੋ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰ ਬਖਸ਼ਿਸ਼ ਕੀਤੀ ਸੀ, ਨਿਸ਼ਾਨ ਸਾਹਿਬ ਉੱਚੇ ਹੋਣ ਨਾਲ ਗੱਲ ਨਹੀਂ ਬਣਨੀ। ਗੱਲ ਸਾਨੂੰ ਆਪਣੀ ਸੋਚ, ਸਾਨੂੰ ਵਿਚਾਰ ਆਪਣੇ ਤਬਦੀਲ ਕਰਨੇ ਪੈਣੇ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸ਼ਬਦ ਪੜ੍ਹਦੇ ਅਸੀਂ, ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜ੍ਹਿਆ ਨਾਉ, ਫਾਂਦੀ ਲੱਗੀ ਜ਼ਾਤ ਪਹਾਇਨ ਅੱਗੇ ਨਾ ਹੀ ਥਾਉ, ਸੋ ਪੜ੍ਹਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਰਾਜੇਸ਼ੀ ਕੁੱਤਾ ਸ਼ਬਦ ਬੋਲਣਾ ਕਿਸੇ ਨੂੰ, ਇਹ ਗੁਰੂ ਸਾਹਿਬ ਕਹਿ ਰਹੇ ਨੇ ਵੀ ਜਿਹੜੇ ਉਹਨਾਂ ਦੇ ਮੁਕੱਦਮ ਕੁੱਤਿਆਂ ਵਾਲੇ ਕੰਮ ਕਰਦੇ ਸੀ। ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਹਦਾ ਮਤਲਬ ਗੁਰੂ ਸਾਹਿਬ ਨੇ ਸਮਾਜ ਦੇ ਹਾਲਾਤ ਵੇਖੇ ਤੇ ਸ਼ਬਦ ਬੋਲੇ ਨਾ। ਅੱਜ ਨਹੀਂ ਹੋ ਰਹੇ। ਜਦੋਂ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ, ਸ਼ਰਮ ਧਰਮ ਦੋਏ ਸੱਪ ਖਲੋਏ। ਛਪ ਗਏ, ਧਰਮ ਵੀ ਛੁਪ ਗਿਆ ਤੇ ਸ਼ਰਮ ਵੀ ਛੁਪ ਗਈ। ਸ਼ਰਮ ਧਰਮ ਕੂੜ ਫਿਰੈ ਪ੍ਰਧਾਨ ਦਾ ਮਤਲਬ ਕੀ ਹੁੰਦਾ? ਜਿਹੜਾ ਅਗਵਾਈ ਕਰਦਾ ਹੋਵੇ। ਝੂਠ ਅਗਵਾਈ ਕਰ ਰਿਹਾ, ਝੂਠ ਤੁਹਾਡਾ ਆਗੂ ਬਣ ਕੇ ਵਿਚਰ ਰਿਹਾ ਸਮਾਜ ਵਿੱਚ। ਕੂੜ ਫਿਰਿਆ ਪ੍ਰਧਾਨ ਵੇ ਲਾ ਲਓ। ਹੁਣ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਆ ਤੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਬਾਰੇ, ਇਹਦਾ ਮਤਲਬ ਮੁੱਢ ਉਦੋਂ ਵੱਜ ਗਿਆ ਵਾ। ਗੁਰੂ ਅਰਜਨ ਸਾਹਿਬ ਜਿਹਨੂੰ ਤੱਤੀ ਤਵੀ ਤੇ ਬਹਿੰਦੇ ਆ, ਦੇਗ ਵਿੱਚ ਉਬਾਲਾ ਖਾਂਦੇ ਆ। ਕੰਮ ਤੇ ਵੇਖੋ ਗੁਰੂ ਅਰਜਨ ਸਾਹਿਬ ਦਾ ਇੱਕ ਵੀ ਸਮਾਜ ਦੇ ਵਿਰੋਧ 'ਚ ਹੈਗਾ। ਗੁਰੂ ਗੋਬਿੰਦ ਸਿੰਘ ਤੱਕ ਆਉਣ ਤੋਂ ਪਹਿਲਾਂ ਇਹ ਵੇਖੋ ਵੀ 4 ਜੰਗਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲੜਨੀਆਂ। ਗੁਰੂ ਹਰਿ ਪਾਤਸ਼ਾਹ ਮਹਾਰਾਜ 2200 ਉਹਨਾਂ ਦੇ ਨਾਲ, ਜਦੋਂ ਸਿਪਾ ਸਲਾਰ ਸਿਪਾਹੀ ਚੱਲਦੇ ਨੇ, ਫੌਜ ਚੱਲਦੀ ਉਹਨਾਂ ਦੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਦਾ ਦਿੱਲੀ ਦੀ ਧਰਤੀ 'ਤੇ ਸ਼ਹਾਦਤ ਦਾ ਜਾਮ ਪੀਣਾ,
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ 1682 ਵਿੱਚ ਰਣਜੀਤ ਨਗਾਰਾ ਸਥਾਪਿਤ ਕਰਨਾ, ਤੇ ਰਣਜੀਤ ਨਗਾਰਾ ਆਨੰਦਪੁਰ ਸਾਹਿਬ ਆ, ਤੇ ਤਕਲੀਫ ਅਜਮੇਰ ਉਹਨੂੰ ਪਹਾੜੀ ਰਾਜਿਆਂ ਨੂੰ ਹੋਈ ਆ, ਭੀਮ ਚੰਦ ਨੂੰ। ਮੂਕ ਕੈਲੰਡਰ ਸਿੱਖ ਕੌਮ ਦਾ ਤੇ ਬਿਆਨ RSS ਦਾ ਹੁੰਦਾ। ਕੜੀਆਂ ਜੋੜ ਕੇ ਵੇਖੋ ਨਾ, ਤੁਸੀਂ ਉਹਨੂੰ ਨਾਲ ਮਿਲਾ ਕੇ ਤਾਂ ਵੇਖੋ ਵੀ ਨਗਾਰਾ 1685 ਵਿੱਚ 82 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ, ਕਿਉਂਕਿ ਅਗਲਿਆਂ ਨੇ ਕਿਹਾ ਸੀ ਵੀ ਨਗਾਰਾ ਆ ਸ਼ਸਤਰ ਰੱਖਣੇ, ਆ ਕੁੱਠਾ ਵੀ ਇੱਥੋਂ ਸ਼ੁਰੂ ਹੋਇਆ ਸੀ। ਜਦੋਂ ਕੁੱਠੇ ਮਾਸ ਦੀ ਗੱਲ ਆਉਂਦੀ ਹੈ, ਜਿਹੜੇ ਅਜੇ ਤੱਕ ਇਸ ਗੱਲ ਬਾਰੇ ਕਲੀਅਰ ਨਹੀਂ ਹੋ ਸਕੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਗੱਲ ਸ਼ੁਰੂਆਤ ਕਿੱਥੋਂ ਹੋਈ ਸੀ, ਵੀ ਸ਼ਸਤਰ ਤੁਸੀਂ ਆਪਣੇ ਘਰ ਨਹੀਂ ਰੱਖ ਸਕਦੇ। ਫੌਜਾਂ ਕੋਲ ਤੇ ਟ੍ਰੇਨਿੰਗ ਸੀ, ਸੈਂਟਰ ਸੀ ਉਹਨਾਂ ਕੋਲ, ਤੇ ਉਹ ਤਾਂ ਉਹਨਾਂ ਕੋਲ ਤਾਂ ਬਕਾਇਦਾ ਸੈਂਟਰ ਬਣੇ ਸੀ। ਗੁਰੂ ਸਾਹਿਬ ਕੋਲ ਕਿਹੜੇ ਸੈਂਟਰ ਸੀ ਜੰਗਾਂ ਯੁੱਧਾਂ ਦੇ ਵਾਸਤੇ? ਉਹਨਾਂ 'ਤੇ ਆਮ ਦਰਮਿਆਨੇ ਪਰਿਵਾਰਾਂ 'ਚੋਂ ਬੰਦੇ ਲਏ ਜਿਹੜੇ ਸਮਾਜ ਵਿੱਚ ਵਿਚਰਦੇ ਸੀ। ਸਾਰੀ ਦਿਹਾੜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਆ, ਤਾਂ ਉਹਦਾ ਮਤਲਬ ਕੀ ਸੀ ਭਲਾ? ਮਨੁੱਖ ਨੂੰ ਸੁਚੇਤ ਕਰਨਾ, ਗਿਆਨ ਕਰਨਾ, ਮਨੁੱਖ ਦੇ ਅੰਦਰੋਂ ਕਾਇਰਤਾ। ਇਸ ਦੇਸ਼ ਵਿੱਚ ਜੈਨ ਮਤ ਦਾ ਬਹੁਤ ਵੱਡਾ ਪ੍ਰਭਾਵ ਸੀ। ਜੈਨੀ ਮੂੰਹ 'ਤੇ ਪੱਟੀ ਬੰਨ੍ਹ ਕੇ ਚੱਲਦੇ, ਇੱਦਾਂ ਕੱਪੜਾ ਬੰਨ੍ਹ ਕੇ, ਤੁਸੀਂ ਵੇਖਿਆ ਨਾ ਜੈਨੀ ਸੂਤ ਦਾ ਝਾੜੂ ਲੈ ਕੇ ਤਾਂ ਚੱਲਦੇ ਆ, ਕਾਹਦੇ ਲਈ ਭਲਾ? ਕਿ ਜੇ ਪੈਰ ਥੱਲੇ ਕੀੜਾ ਆ ਕੇ ਵੀ ਮਰ ਗਿਆ ਤੇ ਸਾਡੇ ਕੋਲੋਂ ਪਾਪ ਹੋ ਜਾਣਾ। ਹੁਣ ਜਿਹੜੇ ਬੰਦੇ ਐ ਸੋਚ ਦੇ ਮਾਲਕ ਹੋਣ, ਉਹਨਾਂ ਦੇ ਸਾਹਮਣੇ ਕੋਈ ਉਹਨਾਂ ਦੀ ਧੀ ਭੈਣ ਨੂੰ ਚੱਕ ਕੇ ਹਮਲਾਵਰ ਖੜੂਗਾ, ਉਹਦੇ ਸਿਰ 'ਤੇ ਡਾਂਗ ਮਾਰਨਗੇ। ਉਹ ਕਹਿਣਗੇ ਜੇ ਡਾਂਗ ਮਾਰੀ ਲਹੂ ਨਿਕਲ ਆਉਣਾ, ਖੂਨ ਨਿਕਲਿਆ, ਅਸੀਂ ਪਾਪੀ ਹੋ ਜਾਣਾ। ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਦੇ ਅੰਦਰੋਂ ਕਾਇਰਤਾ ਕੱਢਣ ਵਾਸਤੇ, ਕਿਉਂਕਿ ਕਿਸੇ ਬੰਦੇ ਨੂੰ ਜਦੋਂ ਪਾਲਣਾ, 7 ਸਾਲ ਦੇ ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀ ਕਚਹਿਰੀ ਸਵਾਲ ਜਵਾਬ ਕਰਦੇ ਆ, ਤੇ ਸਾਡਾ 7-8 ਸਾਲ ਦਾ ਬੱਚਾ ਨਹਾਉਂਦਾ ਨਾ ਹੋਵੇ ਤੇ ਅਸੀਂ ਪੁਲਿਸ ਦਾ ਡਰ ਪਾ ਕੇ ਨਹਾਉਂਦੇ ਉਹਨੂੰ, ਵੀ ਨਾਲਾ ਤੈਨੂੰ ਪੁਲਿਸ ਨੂੰ ਫੜਾ ਦੂੰ। ਬੱਚਾ ਗਾਂ ਭਰਤੀ ਹੋਣ ਤੱਕ ਜਾਂਦਾ, ਉਹ ਪੁਲਿਸ ਤੋਂ ਡਰੀ ਜਾਂਦਾ, ਵਰਦੀ ਵਾਲੇ ਤੋਂ ਵੇਖ ਕੇ ਘਬਰਾਈ ਜਾਂਦਾ। ਦਰਮਿਆਨਾ ਬੰਦਾ ਅਫਸਰ ਦੇ ਸਾਹਮਣੇ ਜਾ ਕੇ ਗੱਲਬਾਤ ਕਰਨ ਜੋਗਾ ਨਹੀਂ ਹੁੰਦਾ। ਤੁਸੀਂ ਕਿਸੇ ਸਧਾਰਨ ਬੰਦੇ ਨੂੰ ਤੁਸੀਂ ਕਿਸੇ ਅਫਸਰ ਦੇ ਸਾਹਮਣੇ ਖੜਾ ਕਰ ਦਿਓ। ਉਧਰ 7 ਸਾਲ ਦੇ ਬਾਬਾ ਫਤਿਹ ਸਿੰਘ ਵਾ, ਤੇ ਮੁੱਖ ਮੰਤਰੀ ਕਹਿ ਲਓ, ਜਿਵੇਂ ਸੂਬਾ ਸਰਹੰਦ ਦਾ ਸੂਬੇਦਾਰ, ਇੱਦਾਂ ਭਰੇ ਦਰਬਾਰ ਸਵਾਲ ਜਵਾਬ ਹੋ ਰਿਹਾ। ਕਿੱਡੀ ਵੱਡੀ ਟ੍ਰੇਨਿੰਗ ਹੋਏਗੀ ਉਹਨਾਂ ਦੀ, ਕਿੱਡਾ ਵੱਡਾ ਟ੍ਰੇਨਿੰਗ ਸੈਂਟਰ ਹੋਏਗਾ ਉਹਨਾਂ ਦਾ। ਇਹ ਸਿਹਰਾ ਕਿਹਨੂੰ ਜਾਂਦਾ ਸੀ? ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਿਹਰਾ ਜਾਂਦਾ। ਇਹ ਸਿਹਰਾ ਜਾਂਦਾ ਮਾਤਾ ਗੁਜਰ ਕੌਰ ਜੀ ਨੂੰ। ਇਹ ਸਿਹਰਾ ਜਾਂਦਾ ਜਿਸ ਸਕੂਲ ਵਿੱਚੋਂ ਉਹਨਾਂ ਨੇ ਇਹ ਐਜੂਕੇਸ਼ਨ ਲਈ ਆ, ਸਿੱਖਿਆ ਪ੍ਰਾਪਤ ਕੀਤੀ ਆ। ਜਦੋਂ ਵੀ ਕੋਈ ਬੱਚਾ ਪੜ੍ਹ ਕੇ ਜਾਂਦਾ, ਤੁਸੀਂ ਹੁਣ ਕਦੀ ਨੋਟ ਕੀਤਾ ਹੋਏਗਾ, ਜਦੋਂ ਕੋਈ ਬੱਚਾ ਟੌਪ ਕਰਦਾ ਨਾ, ਸਕੂਲ ਦੇ ਬਾਹਰ ਉਹਦੀ ਫੋਟੋ ਲੱਗਦੀ ਹੈ। ਉਹ ਇਕੱਲਾ ਸਕੂਲ ਮਾਣ ਨਹੀਂ ਕਰਦਾ, ਉਹ ਸਟੇਟ ਵੀ ਮਾਣ ਕਰਦੀ ਹੈ, ਦੇਸ਼ ਵੀ ਮਾਣ ਕਰਦਾ। ਜਦੋਂ ਫੁੱਲ ਖਿੜਦਾ ਨਾ, ਤੇ ਜਦੋਂ ਰਾਹ ਜਾਂਦੇ ਲੋਕ ਫੁੱਲ ਦੀ ਸੁਗੰਧੀ ਲੈਂਦੇ ਆ, ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ ਜਿਹਨੇ ਉਹਨੂੰ ਪਾਲਿਆ ਹੁੰਦਾ। ਇਹ ਬਗੀਚਾ ਸੀ ਜਿਹੜਾ ਸਿੱਖੀ ਦਾ, ਜਿਹਨੂੰ ਪਾਲਿਆ ਪੋਸਿਆ। ਅੱਜ ਤਾਂ ਅਸੀਂ ਬਹੁਤ ਪਿੱਛੇ ਚਲੇ ਗਏ ਹਾਂ। ਸਿੱਖੀ ਦੀ ਜਿਹੜੀ ਵਿਆਖਿਆ ਕਰਕੇ ਸਾਨੂੰ ਸਮਝਾਈ ਜਾ ਰਹੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੇ ਕੋਹਾਂ ਦੂਰ ਹੈ। ਹੁਣ ਇੱਥੇ ਸ਼ਬਦ ਵਰਤਿਆ ਹੈ ਕਿ ਪੰਡਤ ਮੁੱਲਾ ਜੋ ਲਿਖ ਦਿਆ। ਅਸੀਂ ਘੁੱਟ ਕੇ ਜੱਫੀ ਪਾਈ ਹੈ ਜੋ ਪੰਡਤ ਤੇ ਮੁੱਲਾ ਨੇ ਲਿਖ ਕੇ ਦਿੱਤਾ। ਸਾਡੇ ਤੇ ਸਿੱਖਾਂ ਦੇ ਪੁੱਤਰਾਂ ਧੀਆਂ ਦੇ ਵਿਆਹ ਅੱਜ ਪੱਤਰੀਆਂ ਖਿਲਾਉਣ ਤੋਂ ਬਿਨਾਂ ਨਹੀਂ ਹੋ ਰਿਹਾ। ਜਨਮ ਤਰੀਕਾਂ ਪੁੱਛੀਆਂ ਜਾ ਰਹੀਆਂ ਨੇ ਕੁੰਡਲੀਆਂ ਮਿਲਾਉਣ ਵਾਸਤੇ। ਇੱਥੇ ਆਣ ਕੇ ਸਾਡਾ ਸਮਾਜ ਖਲੋ ਗਿਆ। ਚੰਗੇ ਮਾੜੇ ਦਾਨ ਪਰਖੇ ਜਾ ਰਹੇ ਆ। ਵਹਿਮ ਇੱਥੋਂ ਤੱਕ ਸਾਡੇ ਸਿਰ ਚੜ੍ਹ ਕੇ ਬੋਲ ਰਿਹਾ। ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਹੁਣ ਦੱਸੋ, ਜਦੋਂ ਇਹ ਗੱਲ ਭਗਤ ਕਬੀਰ ਜੀ ਵਰਗੇ ਯੋਧੇ ਕਹਿਣਗੇ ਵੀ ਪੰਡਤ ਮੁੱਲਾ ਜੋ ਲਿਖ ਦਿਆ, ਤੇ ਕਾਂਸ਼ੀ 'ਚ ਬੈਠੇ ਜਿਹੜੇ ਪੰਡਤ ਤੇ ਮੁੱਲਾ, ਉਹਨਾਂ ਨੂੰ ਬਾਬੇ ਕਬੀਰ ਦੀ ਇਹ ਗੱਲ ਕਿੱਦਾਂ ਚੰਗੀ ਲੱਗੂ? ਅਗਲੇ ਹਾਥੀਆਂ ਕੇ ਬੰਨ੍ਹ ਕੇ ਸੁੱਟਣਗੇ। ਫਿਰ ਉਹ ਤਾਂ ਕਹਿਣਗੇ ਵੀ ਜਿੱਥੋਂ ਇਹ ਸ਼ਬਦ ਨਿਕਲੇ ਅਸੀਂ ਉਹ ਸਿਰ ਖਤਮ ਕਰ ਦਈਏ। ਜਿਸ ਸਿਰ 'ਚੋਂ ਬਾਣੀ ਉਚਾਰਨ ਹੋਈ, ਉਸ ਸਿਰ 'ਤੇ ਤੱਤਾ ਰੇਤਾ ਪਾਇਆ ਅਗਲਿਆਂ ਨੇ। ਜਿਸ ਸਿਰ 'ਚੋਂ ਇਨਕਲਾਬੀ ਸ਼ਬਦਾਂ ਨੇ ਜਨਮ ਲਿਆ ਗੁਰੂ ਅਰਜਨ ਸਾਹਿਬ ਦੇ, ਉਸ ਸੀਸ 'ਤੇ ਤੱਤਾ ਰੇਤਾ ਪਾਇਆ, ਦੇਗ 'ਚੋਂ ਵਾਲਾ ਖਾਧਾ। ਕਿਸੇ ਨੂੰ ਰਾਹ ਵਿਖਾਉਣਾ ਐਡਾ ਸੌਖਾ ਨਹੀਂ ਹੁੰਦਾ, ਬਹੁਤ ਕੁਝ ਝੱਲਣਾ ਪੈਂਦਾ। ਸਾਡੇ ਤੇ ਸਮਾਜ ਕੋਈ ਚੰਗਾ ਕੰਮ ਕਰਦਾ ਹੋਵੇ, ਤਾਨੇ ਮਿਹਣੇ ਨਹੀਂ ਕਈਆਂ ਕੋਲ ਸੁਣੇ ਜਾਂਦੇ। ਤੁਸੀਂ ਵੇਖੋ ਨਾ, ਕਈ ਬੰਦੇ ਕੋਈ ਚੰਗਾ ਕੰਮ ਕਰਦਾ ਹੋਵੇ ਨਾ, ਉਹਨੂੰ 4 ਬੰਦੇ ਤਾਨੇ ਮਾਰ ਦੇਣ ਨਾ, ਗਾਲਾਂ ਕੱਢ ਦੇਣ, ਤਾਂ ਉਹਦੇ ਘਰ ਦੇ ਨਿਆਣੇ ਕਹਿੰਦੇ ਉਹ ਛੱਡੋ ਡੈਡੀ, ਤੁਸੀਂ ਲੋਕਾਂ ਦਾ ਠੇਕਾ ਲਿਆ, ਲੋਕ ਤੁਹਾਡੇ ਬਾਰੇ ਗੱਲਾਂ ਕਰਦੇ ਆ। ਜਦੋਂ ਤੁਸੀਂ ਸੱਚੇ ਰਸਤੇ 'ਤੇ ਤੁਰੋਗੇ, ਤੁਹਾਡੇ ਬਾਰੇ ਚਰਚਾ ਹੋਣੀ ਸੁਭਾਵਿਕ ਹੈ। ਅਤੇ ਗੱਲ ਉਹਨੇ ਕਰਨੀ ਹੈ ਜਿਹਨੇ ਕੰਮ ਨਹੀਂ ਕਰਨਾ।
ਜਿਹਨੇ ਕੰਮ ਨਹੀਂ ਕਰਨਾ ਉਹਨੇ ਕੀ ਕਰਨਾ? ਬੋਲੋ ਜੀ, ਬੋਲੋ ਭਾਈ। ਗੱਲਾਂ ਕਰਨੀਆਂ ਨੇ। ਜਿਹਨੇ ਕੰਮ ਨਹੀਂ ਕਰਨਾ ਉਹ ਤੁਹਾਡੇ ਬਾਰੇ ਗੱਲਾਂ ਕਰੂਗਾ, ਅਤੇ ਗੱਲਾਂ ਵੀ ਕਮਰੇ 'ਚ ਬਹਿ ਕੇ ਕਰੂਗਾ, ਕਿਸੇ ਰਜਾਈ 'ਚ ਬਹਿ ਕੇ ਕਰੂਗਾ। ਜਿਹਨੂੰ ਪਤਾ ਹੈ, ਕਦੀ ਨੋਟ ਕਰਿਓ ਕੰਮ। ਤੁਸੀਂ ਮੇਰੇ ਨੌਜਵਾਨ ਭਰਾ, ਮੇਰੀਆਂ ਭੈਣਾਂ ਬੈਠੇ ਜੇ, ਨੁਕਸ ਕੱਢਣਾ ਬਹੁਤ ਸੌਖਾ ਹੁੰਦਾ ਹੈ, ਪਰ ਜਦੋਂ ਕਿਸੇ ਨੂੰ ਕਹੋ ਕੰਮ ਕਰਕੇ ਵਿਖਾ, ਫਿਰ ਪਤਾ ਲੱਗਦਾ ਵੀ ਕੰਮ ਹੁੰਦਾ ਕਿੱਦਾਂ। ਬਣੀ ਚਾਹ 'ਚ, ਬਣੀ ਸਬਜ਼ੀ 'ਚ ਨੁਕਸ ਕੱਢਣਾ ਵੀ ਆਹ ਇੱਦਾਂ ਬਣੀ, ਉਹਨੂੰ ਕੋ ਬਣਾ ਕੇ ਤਾਂ ਵਿਖਾ। ਇਹ ਸਬਜ਼ੀ ਬਣਾਉਣ ਵਾਸਤੇ ਕਿੰਨਾ ਪ੍ਰੋਸੀਜਰ ਹੈ, ਕਿੱਦਾਂ ਪਿਆਜ਼ ਕੱਟਣੇ ਪੈਣੇ ਆ, ਕਿੱਦਾਂ ਲਸਣ ਛਿੱਲਣਾ ਪੈਣਾ ਹੈ, ਕਿੱਦਾਂ ਤੜਕਾ ਲਾਉਣਾ ਪੈਣਾ ਹੈ। ਇਹ ਨੁਕਸ ਤੇ ਕੱਢ, ਤੇ ਇੱਕ ਸ਼ਬਦ ਹੀ ਹੈ ਨਾ ਵੀ ਵਧੀਆ ਨਹੀਂ ਬਣੀ, ਜੇ ਅਗਲੇ ਨੂੰ ਇਹ ਕਹਿ ਦੇਣ ਵੀ ਤੁਸੀਂ ਬਣਾ ਕੇ ਵਿਖਾ ਦਿਓ। ਕੱਪੜਾ ਹੈ, ਵਧੀਆ ਨਹੀਂ ਬਣਿਆ, ਕੱਪੜਾ ਆਂਦਾ ਮੈਨੂੰ ਪੁੱਛ ਕੇ ਵੇਖ ਮੇਰਾ ਸਫ਼ਰ ਕਿੱਥੋਂ ਤੁਰਿਆ, ਮੈਂ ਕਿੱਦਾਂ ਇੱਕ ਵੜੇਵਾਂ ਜ਼ਮੀਨ 'ਤੇ ਬੀਜਿਆ, ਕਿੱਦਾਂ ਉੱਥੋਂ ਇੱਕ ਬੂਟਾ ਉੱਗਿਆ, ਕਿੱਦਾਂ ਉਹਨੂੰ ਟੀਂਡੇ ਲੱਗੇ, ਕਿੱਦਾਂ ਪੈਂਜੇ ਵਿੱਚੋਂ ਦੀ ਲੰਘਿਆ ਵਾਂ, ਕਿੱਦਾਂ ਫੈਕਟਰੀ 'ਚ ਗਿਆ ਵਾਂ, ਕਿੱਦਾਂ ਕੱਪੜਾ ਬਣਿਆ ਵਾ, ਕਿੱਦਾਂ ਕੈਂਚੀ ਨੇ ਕੱਟਿਆ ਵਾ, ਕਿੱਦਾਂ ਸੂਈ ਨੇ ਫਿਰ ਸੀਤਾ ਵਾ, ਫਿਰ ਜਾ ਕੇ ਕਿਸੇ ਦੇ ਗਲ ਪਿਆ ਵਾ। ਸੂਈ ਧਾਗੇ ਜੇੜ ਸਵਾਇਆ, ਸੂਈ ਤੇ ਧਾਗੇ ਨੇ ਫਿਰ ਸੀਤਾ ਵਾ, ਫਿਰ ਜਾ ਕਿਸੇ ਦੇ ਗਲ ਪਿਆ। ਸਮਾਜ ਵਿੱਚ ਜਦੋਂ ਤੁਸੀਂ ਵਿਚਰੋਗੇ, ਤੁਹਾਨੂੰ ਸਮਾਜ ਦੀਆਂ ਕੌੜੀਆਂ ਕਸੈਲੀਆਂ ਗੱਲਾਂ ਸੁਣਨੀਆਂ ਪੈਣਗੀਆਂ। ਭੂਤਨਾ ਬੇਤਾਲਾ ਕਿਹਾ, ਬੌਰਾ ਕਿਹਾ, ਤੇ ਕਿਹਨਾਂ ਕਿਹਾ? ਭਗਤ ਕਬੀਰ ਜੀ ਨੇ ਕਿਹਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਲੋਣਾ ਜਾਣਾ, ਜੋ ਹੋਂ ਬੌਰਾ ਤੋ ਰਾਮ ਤੋਰਾ। ਜੇ ਮੈਂ ਪਾਗਲ ਆ ਨਾ, ਹੈਗਾ ਤੇਰਾ ਹੀ ਆ, ਲੋਕ ਮਰਮ ਕਹਿ ਜਾਣੇ ਮੋਰਾ। ਇਹਨਾਂ ਲੋਕਾਂ ਨੂੰ ਮੇਰੇ ਬਾਰੇ ਕੀ ਪਤਾ ਮੈਂ ਕੀ ਆ। ਕਹਿੰਦੇ ਪਾਗਲ ਪਤਾ ਕਿਉਂ ਕਿਹਾ? ਮੇਰਾ ਤੋਰੋ ਨਾ ਪਾਤੀ, ਮੈਂ ਭੇਡ ਚਾਲ ਦੀ ਤਰ੍ਹਾਂ ਥਾਲ ਲੈ ਕੇ ਵਿੱਚ ਫੁੱਲ ਨਹੀਂ ਰੱਖਦਾ ਨਾ, ਪੂਜੋ ਨਾ ਦੇਵਾ। ਮੈਂ ਇਹਨਾਂ ਦੀ ਤਰ੍ਹਾਂ ਮੂਰਤੀਆਂ ਨਹੀਂ ਪੂਜਦਾ, ਕਿਉਂਕਿ ਮੈਨੂੰ ਸਮਝ ਆ ਗਈ ਰਾਮ ਭਗਤ ਬਿਨ ਨਿਫਲ ਸੇਵਾ। ਮੈਨੂੰ ਇਹ ਸਮਝ ਆ ਗਈ ਆ ਵੀ ਮਾਂ ਬਾਪ ਨੂੰ ਸਾਂਭੋ, ਘਰ 'ਚ ਸੇਵਾ ਕਰੋ, ਪੱਥਰਾਂ ਦੇ ਉੱਤੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ। ਮੈਂ ਪੱਥਰ ਅੱਗੇ ਮੱਥਾ ਟੇਕ ਰਿਹਾ, ਜਿਹ 'ਚ ਜਾਨ ਆ ਉਹਨੂੰ ਮੈਂ ਤੜਫਾ ਰਿਹਾ, ਜਿਹਦੇ ਵਿੱਚ ਜਿੰਦ ਵਾ ਉਹਨੂੰ ਮੈਂ ਆਪਣੇ ਉਤੋਂ ਮੈਂ ਪਾਸਾ ਵੱਟ ਰਿਹਾ ਵਾਂ। ਅੱਜ ਇਹੋ ਕੁਝ ਹੋ ਰਿਹਾ ਸਾਡੇ ਸਮਾਜ ਦੇ ਵਿੱਚ। ਗੁਰੂ ਸਾਹਿਬ ਜੀ ਨੇ ਜੋ ਵਿਚਾਰ ਬਖਸ਼ੇ, ਅੱਜ ਅਸੀਂ ਮਾਨਸਿਕ ਤੌਰ 'ਤੇ ਪੀੜਤ ਹਾਂ। ਅੱਜ ਜਿਹੜੀ ਮਾਨਸਿਕ ਤੌਰ 'ਤੇ ਗੁਲਾਮੀ ਆ, ਇਹ ਸਭ ਤੋਂ ਖਤਰਨਾਕ ਗੁਲਾਮੀ ਆ। ਇਸੇ ਗੁਲਾਮੀ 'ਚੋਂ ਗੁਰੂ ਸਾਹਿਬ ਨੇ ਬਾਹਰ ਕੱਢਣ ਲਈ ਸਾਨੂੰ ਗਿਆਨ ਤੇ ਵਿਚਾਰ ਬਖਸ਼ਿਸ਼ ਕੀਤੀ ਸੀ। ਹੰਬੜਾ ਮਾਰ ਲਿਆ, ਆਖਿਆ ਸੀ ਜਾਗੋ, ਉੱਠੋ ਭਾਈ, ਸੁਚੇਤ ਹੋ। ਤੇ ਅੱਜ ਲੋੜ ਹੈ ਜਾਗਣ ਦੀ ਸਾਨੂੰ। ਜੇ ਕੋਈ ਇੱਦਾਂ ਦੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਨੌਜਵਾਨ ਇੱਦਾਂ ਹੰਬੜਾ ਮਾਰ ਕੇ ਤੁਰਦੇ ਨੇ, ਆਮ ਸੰਗਤ ਨੂੰ ਚਾਹੀਦਾ ਮੋਢੇ ਨਾਲ ਮੋਢਾ ਜੋੜ ਕੇ ਨਾਲ ਖਲੋ ਜਾਣ। ਜੇ ਕੰਮ ਨਹੀਂ ਕਰ ਸਕਦੇ, ਇਹਨਾਂ ਹੀ ਕਹਿ ਦਿਓ ਇਹਨਾਂ ਨੇ ਚੰਗਾ ਕੀਤਾ। ਇਹ ਵੀ ਇੱਕ ਨਾਲ ਖਲੋਣਾ ਹੀ ਹੁੰਦਾ ਹੈ। ਜਿਵੇਂ ਕੋਈ ਕਹਿੰਦਾ ਵੀ ਜੀ ਸਬਜ਼ੀ ਤੈਨੂੰ ਬਣਾਉਣੀ ਨਹੀਂ ਨਾ ਆਉਂਦੀ, ਬਣੀ ਬਾਰੇ ਕਹਿ ਦੇ। ਕੱਪੜਾ ਸੀਣਾ ਨਹੀਂ ਆਉਂਦਾ, ਸਫਾਈ ਕਰਨੀ ਨਹੀਂ ਆਉਂਦੀ, ਇੰਨਾ ਹੀ ਕਹਿ ਦੇ। ਬੜੀ ਵਧੀਆ ਸਫਾਈ ਹੈ ਵੀ, ਕਿਉਂਕਿ ਇਹ ਵੀ ਇੱਕ ਅਗਲੇ ਦਾ ਹੌਸਲਾ ਵਧਾਉਣ ਦਾ। ਕਈਆਂ ਨੇ ਕਰਨਾ ਕੁਝ ਨਹੀਂ ਹੁੰਦਾ, ਮਗਰੋਂ ਮਾੜਾ ਢਿੱਲਾ ਮੂੰਹ ਕਹਿਣਾ ਉਹ ਨਹੀਂ ਇਹ ਨਵੇਂ ਆ ਗਏ ਆ। ਨਾ, ਨਵੇਂ ਨਹੀਂ ਆ। ਤੁਸੀਂ ਨਹੀਂ ਪੜ੍ਹਿਆ, ਇਹ 'ਚ ਸਾਡੀ ਗਲਤੀ ਨਹੀਂ ਹੈ। ਤੁਸੀਂ ਰੁਮਾਲਾ ਚੁੱਕ ਕੇ ਨਹੀਂ ਪੜ੍ਹਿਆ, ਇਹ 'ਚ ਸਾਡੀ ਗਲਤੀ ਨਹੀਂ ਹੈ। ਜਦੋਂ ਕੋਈ ਰਾਗੀ ਪ੍ਰਚਾਰਕ ਗ੍ਰੰਥੀ ਗੁਰੂ ਗ੍ਰੰਥ ਦੀ ਹਜ਼ੂਰੀ 'ਚ ਖਲੋ ਕੇ ਗੱਲ ਕਹਿੰਦਾ ਕਿ ਮੜੇ ਮਸਾਣ ਨਾ ਜਾਈ, ਵੀ ਮੜੀਆਂ ਮਸਾਣਾ ਤੇ ਨਹੀਂ ਜਾਣਾ, ਦੁਬਦਾ ਵਿੱਚ ਨਹੀਂ ਪੈਣਾ, ਤੇ ਇਹਦਾ ਅਰਥ ਜੇ ਕੋਈ ਇਹ ਕਹਿ ਰਿਹਾ ਵੀ ਨਵੇਂ ਆ ਗਿਆ, ਇਹਦਾ ਮਤਲਬ ਉਹਨੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚੋਂ ਕਦੀ ਪੜ੍ਹ ਕੇ ਨਹੀਂ ਵੇਖਿਆ, ਉਹਨੇ ਕਦੀ ਵਿਚਾਰ ਕੇ ਨਹੀਂ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ। ਅੱਜ ਮਾਰ ਲਓ ਧਿਆਨ, ਕਿੰਨੇ ਪਰਿਵਾਰ ਆ ਜਿਨ੍ਹਾਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੀ ਹੋਵੇ। ਸਾਨੂੰ ਤਾਂ ਡਰਾ ਛੱਡਿਆ, ਪਰਿਵਾਰਾਂ ਨੂੰ ਡਰਾ ਛੱਡਿਆ, ਸਮਾਜ ਵਿੱਚ ਪੀੜਤ ਕਰਤਾ ਵੀ ਸ਼ਾਇਦ ਅਸੀਂ ਬਾਣੀ ਪਾਠ ਕਰ ਹੀ ਨਹੀਂ ਸਕਦੇ। ਆਪਾਂ ਨੂੰ ਘਰ ਘਰ ਲਹਿਰ ਆਰੰਭ ਕਰਨ ਦੀ ਲੋੜ ਆ। ਸਾਡੀਆਂ ਭੈਣਾਂ ਬਾਣੀ ਪੜ੍ਹਨ, ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੋ, ਇੱਕ ਪੰਕਤੀ ਰੋਜ਼ ਪੜ੍ਹੋ, ਸਟੱਡੀ ਕਰੋ। ਸਾਨੂੰ ਆਪਣੇ ਸਮੇਂ ਦੇ ਹਾਣੀ ਬਣਨ ਦੀ ਲੋੜ ਆ। ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਧੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੀਤੇ ਹੋਏ ਪਰਉਪਕਾਰ, ਉਹਨਾਂ ਨੇ ਜਿਹੜੇ ਗੁਲਾਮੀ ਦੀਆਂ ਜੰਜੀਰਾਂ ਤੋੜੀਆਂ ਨੇ। ਔਰਤ ਬਾਰੇ ਦੁਨੀਆ ਦਾ ਕੋਈ ਮਤ ਦੱਸੇ ਜਿਹੜਾ ਔਰਤ ਬਾਰੇ ਜਿੰਨਾ ਸੋਹਣੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਸੋਚਿਆ। ਕ੍ਰਿਸਚਨਾਂ 'ਚ ਮੈਂ ਤਾਂ ਕਈ ਕ੍ਰਿਸਚਨ ਪਾਦਰੀਆਂ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਕਹਿੰਦੇ ਹੋ ਨਾ ਅਸੀਂ ਬਹੁਤ ਉੱਚੀ ਉਡਾਰੀ ਮਾਰਦੇ ਹਾਂ, ਉਹਨਾਂ 'ਚ ਵੀ ਗ੍ਰਸਤੀ ਬੰਦਾ ਪੋਪ ਨਹੀਂ ਬਣਦਾ,
ਰੋਮਾਂ ਵਿੱਚ ਜਗ੍ਹਾ ਬਣੀ ਜਿੱਥੇ ਪੌਪ ਦੀ ਤਿਆਰੀ ਕਰਦੇ ਹੋ, ਪੌਪ ਚੁਣਦੇ ਆ। ਗ੍ਰਸਤੀ ਬਣਦਾ ਨਹੀਂ ਬਣਦਾ। ਜਿਵੇਂ ਡੇਰੇਦਾਰ ਗ੍ਰਸਤ ਨੂੰ ਅਹਿਮੀਅਤ ਨਹੀਂ ਦਿੰਦੇ। ਉਹ ਜਿਹੜਾ ਬੰਦਾ ਜਿਹਨੇ ਬੰਦੇ ਨੇ ਵਿਆਹ ਨਹੀਂ, ਵਿਹੰਗਮ ਹੁੰਦਾ, ਉਹਨੂੰ ਕਹਿੰਦੇ ਡੇਰੇ ਦਾ ਮੁਖੀ ਹੈ। ਪਰ ਇੱਧਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਪ ਗ੍ਰਸਤੀ ਅਤੇ ਬਾਬਾ ਲਹਿਣਾ ਜੀ ਦੀ ਚੋਣ ਕੀਤੀ, ਉਹ ਵੀ ਉੱਚੀ ਬੋਲੋ ਪਿਆਰਿਓ, ਉਹ ਵੀ ਗ੍ਰਸਤੀ। ਇਹਦਾ ਮਤਲਬ ਗੁਰੂ ਸਾਹਿਬ ਨੂੰ ਔਰਤ ਤੋਂ ਕੋਈ ਪ੍ਰੋਬਲਮ ਨਹੀਂ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਧਾ ਨਾਲ ਗੋਸ਼ਟੀ ਕੀਤੀ ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਖਾਦੀ ਖੁਣਸ ਜੋਗੀਸ਼ਰਾ ਗੋਸ਼ਟ ਕਰਨ ਸਭੇ ਉਠੇ ਆਈ। ਪੁੱਛਿਆ ਜੋਗੀ ਭੰਗਰਨਾਥ, ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ? ਕਾਂਜੀ ਕਿਹਨੂੰ ਕਿਹਾ ਸੀ? ਔਰਤ ਨੂੰ। ਉਹਨੇ ਕਿਹਾ ਤੂੰ ਗ੍ਰਸਤੀ ਬਣ ਗਿਆ, ਤੂੰ ਦੁੱਧ 'ਚ ਕਾਂਜੀ ਪਾਤੀ ਹੈ। ਤੇ ਬਾਬੇ ਨੇ ਇੱਕੋ ਸਵਾਲ ਕੀਤਾ, ਕਹਿੰਦੇ ਅੱਛਾ ਫਿਰ ਮੇਰਾ ਅਗਲਾ ਸਵਾਲ ਹੈ, ਜਦੋਂ ਭੁੱਖ ਲੱਗਦੀ ਹੈ ਰੋਟੀ ਕਿੱਥੋਂ ਖਾਂਦੇ ਹੋ? ਕਹਿੰਦੇ ਗ੍ਰਸਤੀਆਂ ਘਰੋਂ ਮੰਗ ਕੇ ਖਾਂਦੇ ਆ। ਕਹਿੰਦੇ ਫਿਰ ਉਸੇ ਔਰਤ ਤੋਂ ਬਿਨਾਂ ਤੇ ਤੁਹਾਡੇ ਪੇਟ ਦੀ ਅੱਗ ਵੀ ਨਹੀਂ ਬੁਝਦੀ, ਰੋਟੀ ਤੇ ਉਹ ਬੀਬੀ ਪਕਾ ਕੇ ਦਿੰਦੀ ਤੁਹਾਨੂੰ। ਨਾਨਕ ਸਤਿਗੁਰ ਭੇਟੇ ਐ, ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ, ਵਿੱਚੇ ਹੋਵੇ ਮੁਕਤ। ਜੋਗ ਨਾ ਭਗਵੀਂ ਕੱਪੜੀ, ਜੋਗ ਦਾ ਅਰਥ ਹੈ ਮਿਲਾਪ। ਇੱਥੇ ਕੋਈ ਗੇਰੂਏ ਰੰਗ ਦੇ ਕੱਪੜੇ ਪਾਈ ਫਿਰਦਾ ਲੋਕਾਂ ਦੇ ਪ੍ਰਭਾਵ ਪਾਉਣ ਲਈ ਵੀ ਮੈਂ। ਫਰਕ ਇਹ ਆ, ਜਿਹੜਾ ਸਮਾਜ ਦਾ ਜੋਗੀ ਆ ਉਹਦੇ ਗੇਰੂਏ ਰੰਗ ਦੇ ਕੱਪੜੇ ਆ। ਜਿਹੜਾ ਜੋਗੀ ਗੁਰੂ ਨਾਨਕ ਸਾਹਿਬ ਨੇ ਬਣਾਇਆ ਉਹ ਪੈਂਟ ਕੋਟ ਵੀ ਪਾ ਸਕਦਾ, ਉਹ ਪੈਂਟ ਕਮੀਜ਼ ਵੀ ਪਾ ਸਕਦਾ। ਕਿਉਂ? ਕਿਉਂਕਿ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਉਹ ਅਦਾਲਤ ਵਿੱਚ ਬਹਿ ਕੇ ਫੈਸਲਾ ਸੁਣਾ ਸਕਦਾ, ਪੁਲਿਸ ਦੀ ਜੋਬ ਕਰ ਸਕਦਾ, ਆਰਮੀ ਜੋਬ ਕਰ ਸਕਦਾ, ਕੋਈ ਫੈਕਟਰੀ 'ਚ ਕੰਮ ਕਰ ਸਕਦਾ, ਕੋਈ ਸ਼ੌਪ ਚਲਾ ਸਕਦਾ, ਕੋਈ ਖੇਤਾਂ 'ਚ ਕੰਮ ਕਰ ਸਕਦਾ। ਉਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਸੀ, ਹੁਣ ਇਹ ਇਹਨਾਂ ਨੂੰ ਨਹੀਂ ਸੀ ਪਸੰਦ। ਉਹਨਾਂ ਨੂੰ ਇਹ ਸੀ ਵੀ ਜੇ ਇੱਕ ਇੱਕ ਬੰਦਾ ਇੱਦਾਂ ਜਾਗਣ ਲੱਗਾ ਲੋਕਾਂ 'ਚ ਲਹਿਰ ਖੜੀ ਹੋ ਜਾਣੀ ਹੈ, ਸਾਨੂੰ ਕਿਹਨੇ ਪੁੱਛਣਾ। ਇਸ ਕਰਕੇ ਜਿੱਥੋਂ ਲਹਿਰ ਆਰੰਭ ਹੋਈ ਹੈ ਬੰਦ ਕਰ ਦਿਓ। ਉੱਥੋਂ ਤਾਂ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ। ਉਹਨਾਂ ਦੇ ਮਨ 'ਚ ਵੀ ਸੀ ਵੀ ਜਿੱਥੋਂ ਇਹ ਵਿਚਾਰ ਆਈ ਆ ਖਤਮ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਵਿਚਾਰ ਤਾਂ ਘਰ ਘਰ ਪਹੁੰਚ ਚੁੱਕੀ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆੜਾ ਸ਼ਬਦ ਹੈ, ਸਾਨੂੰ ਕੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਸਭ ਕੁਝ ਸੀ ਉਹਨਾਂ ਦੇ ਕੋਲ। ਰਤਨ ਰਾਏ ਵਰਗੇ ਪ੍ਰਸਾਦੀ ਹਾਥੀ, ਅੱਜ ਦੇ ਸਮੇਂ 'ਚ ਕੋਈ ਮਹਿੰਗੀ ਗੱਡੀ ਨਹੀਂ ਹੋਣੀ ਐਡੀ ਜਿੰਨਾ ਮਹਿੰਗਾ ਉਹ ਹਾਥੀ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤਾ ਸੀ ਰਾਜੇ ਨੇ। ਬਹੁਤ ਸਾਰਾ ਕੁਝ ਸਾਜੋ ਸਮਾਨ ਉਹਨਾਂ ਦੇ ਕੋਲ ਸੀ। ਅਨੰਦਪੁਰ ਸਾਹਿਬ ਕਾਹਦੇ ਲਈ ਛੱਡਣਾ ਪਿਆ ਉਹਨਾਂ ਨੂੰ? ਆਪਣੇ ਪਰਿਵਾਰ ਲਈ। ਬੋਲ ਕੇ ਕਹੋ ਇੱਕ ਵਾਰ, ਮੇਰੇ ਲਈ। ਇੱਕ ਵਾਰ ਕਹੋ ਮੇਰੇ ਲਈ ਛੱਡਿਆ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ। ਕਿਹਦੇ ਲਈ ਛੱਡਿਆ ਜੀ? ਮੇਰੇ ਲਈ, ਸਾਡੇ ਲਈ ਛੱਡਿਆ। ਤੇ ਕਈ ਵੀ ਸੋਚੀਦਾ ਮਹਾਰਾਜ ਸਾਡੇ ਵਰਗੇ ਨਲਾਇਕਾਂ ਤੋਂ ਆਪਣੇ ਲਾਇਕ ਸਾਹਿਬਜ਼ਾਦੇ ਵਾਰ ਦਿੱਤੇ ਤੁਸੀਂ। ਉਹ ਕਿਤੇ ਵਾਰਨ ਵਾਲੇ ਸੀ? ਸਾਡੇ ਵਰਗੇ ਨਲਾਇਕਾਂ ਤੋਂ ਆਪਣੇ ਲਾਇਕ ਸਾਹਿਬਜ਼ਾਦਿਆਂ ਦਾ ਤੁਸੀਂ ਸੰਸਕਾਰ ਤੱਕ ਨਾ ਕਰ ਸਕੇ। ਇਹਨੇ ਹੋਣਹਾਰ ਉਹ ਸਾਹਿਬਜ਼ਾਦੇ ਹੋਣ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਇੱਕ ਇੱਕ ਇਸ਼ਾਰੇ ਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕਿੱਡਾ ਉਹਨਾਂ ਦਾ ਕਮਾਲ ਦਾ ਜੀਵਨ, ਕਿੱਡੀ ਉਹਨਾਂ ਦੀ ਕਮਾਲ ਦੀ ਸਮਾਜ ਨੂੰ ਦੇਣ ਸੀ। ਪਰਵਾਹ ਨਹੀਂ ਕੀਤੀ ਉਹਨਾਂ ਨੇ। ਇੱਕ ਜੰਗ ਸਿਰਫ ਸਾਡੇ ਦਿਮਾਗ 'ਚ ਜ਼ਹਿਰ ਬੀਜਿਆ ਜਾ ਰਿਹਾ ਹੈ। ਸਿਰਫ ਇੱਕ ਜੰਗ। ਤੁਸੀਂ ਵੇਖੋ ਸਟੇਜਾਂ ਦੇ ਮੁਗਲਾਂ ਦੀ ਜੜ ਪੱਟੀ ਗੁਰੂ ਸਾਹਿਬ ਜੀ ਨੇ, ਮੁਸਲਮਾਨਾਂ ਨਾਲ ਗੁਰੂ ਸਾਹਿਬ ਨੇ ਜੰਗ ਕੀਤੀ। ਉਹ ਗੁਰੂ ਸਾਹਿਬ ਕਿਸੇ ਇਸਲਾਮ ਦੇ ਉਲਟ ਨਹੀਂ ਸੀ, ਕਿਸੇ ਮੁਸਲਮਾਨ ਦੇ ਉਲਟ ਨਹੀਂ ਸੀ। ਗਨੀ ਖਾਂ, ਨਬੀ ਖਾਂ, ਨਿਹੰਗ ਖਾਂ, ਇਸ ਸਮੇਂ ਦਾ ਕਿਰਦਾਰ ਲੱਭ ਕੇ ਵੇਖੋ ਤੁਸੀਂ। ਨਿਹੰਗ ਖਾਂ ਕੋਟਲੇ ਦਾ ਰਹਿਣ ਵਾਲਾ, ਬਚਿੱਤਰ ਸਿੰਘ ਨੂੰ ਆਪਣੇ ਘਰ ਜ਼ਖਮੀ ਹਾਲਤ ਵਿੱਚ ਬਾਬਾ ਅਜੀਤ ਸਿੰਘ ਲੈ ਕੇ ਆਉਂਦਾ। ਉਹਨੂੰ ਪਿੱਛੋਂ ਸਿਪਾਹੀ ਚੜ੍ਹ ਕੇ ਆ ਜਾਂਦੇ ਆ, ਘਰ ਦੀ ਤਲਾਸ਼ੀ ਕਰਦੇ ਆ। ਆਹ ਰੂਮ ਇਹ ਬੰਦ ਕਿਉਂ ਹੈ? ਕਹਿੰਦਾ ਜੀ ਮੇਰਾ ਧੀ ਜਵਾਈ ਹੈ। ਮੁਮਤਾਜ਼ ਨਿਹੰਗ ਖਾਂ ਦੀ ਬੇਟੀ ਸੀ। ਬਚਿੱਤਰ ਸਿੰਘ ਜ਼ਖਮੀ ਹਾਲਤ ਸੀ ਉਸ ਰੂਮ ਦੇ ਵਿੱਚ। ਕਿਹੜਾ ਬਾਪ ਹੈ ਜਿਹੜਾ ਐਡਾ ਵੱਡਾ ਜਿਗਰਾ ਕਰਕੇ ਸ਼ਬਦ ਬੋਲ ਦੇਵੇ ਜੀ ਜਵਾਨ ਧੀ ਬਾਰੇ? ਉਹਨੇ ਕਹਿੰਦੀ ਮੇਰਾ ਧੀ ਜਵਾਈ ਹੈ ਇਸ ਰੂਮ 'ਚ। ਸਿਪਾਹੀਆਂ ਨੇ ਮਾਫੀ ਮੰਗੀ, ਚਲੇ ਗਏ। ਸਵੇਰੇ 4:30 ਪੌਣੇ 5 ਵਜੇ ਭਾਈ ਬਚਿੱਤਰ ਸਿੰਘ, ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਅਕਾਲ ਚਲਾਣਾ ਕਰ ਜਾਂਦੇ ਆ। ਘਰ ਦੇ ਖੂਹ ਵਿੱਚ, ਕੋਟਲੇ ਘਰ ਦੇ ਖੂਹ ਦੇ ਲਾਗੇ ਸਵੇਰੇ ਸੰਸਕਾਰ ਕੀਤਾ ਜਾਂਦਾ ਹੈ। ਸਮਾਂ ਬੀਤਦਾ ਹੈ। ਨਿਹੰਗ ਖਾਂ ਆਪਣੀ ਬੇਟੀ ਦਾ, ਉਹਦਾ ਨਿਕਾਹ ਕਰਨਾ ਸੀ, ਅਜੇ ਮੰਗਣੀ ਹੋਈ ਸੀ। ਸਮਾਂ ਬੀਤਿਆ ਤੇ ਨਿਹੰਗ ਖਾਂ ਨੇ ਆਪਣੀ ਬੇਟੀ ਮੁਮਤਾਜ਼ ਨੂੰ ਕਿਹਾ ਹੁਣ ਤੇਰੀ ਮੰਗਣੀ ਹੋ ਗਈ ਹੈ, ਤੇਰਾ ਨਿਕਾਹ ਕਰਨਾ ਹੈ। ਕਹਿੰਦੀ ਨਹੀਂ, ਮੇਰਾ
ਵਿਆਹ ਮੇਰਾ ਆਨੰਦ ਕਾਰਜ ਭਾਈ ਬਚਿੱਤਰ ਸਿੰਘ ਨਾਲ ਹੋ ਚੁੱਕਾ ਹੈ। ਤੁਸੀਂ ਮੂੰਹ ਜੋ ਕਹਿਤਾ ਸੀ ਕਿ ਮੇਰਾ ਧੀ ਜਵਾਈ ਹੈ, ਮੈਂ ਸਾਰੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਕੇ ਜੀਵਨ ਗੁਜ਼ਾਰਾਂਗੀ। ਉਸ ਧੀ ਨੇ ਵਿਆਹ ਨਹੀਂ ਕਰਾਇਆ, 130 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਗਈ ਹੈ। ਕਿਰਦਾਰ ਮੁਸਲਮਾਨ ਸੀ ਨਿਹੰਗਾਂ। ਇਹੋ ਜਿਹੇ ਹੀਰੋ ਸਾਡੀ ਕੌਮ ਦੇ ਪੰਨਿਆਂ ਤੇ ਛੁਪੇ ਰਹਿ ਗਏ, ਜਿਨ੍ਹਾਂ ਨੂੰ ਅਸੀਂ ਕਦੀ ਆਪਣੇ ਸਮਾਜ ਤੱਕ ਲੈ ਕੇ ਨਹੀਂ ਆਉਂਦਾ। ਕਿਉਂ? ਕਿੱਦਾਂ RSS ਕਿੱਦਾਂ ਬਰਦਾਸ਼ਤ ਕਰੇਗੀ ਇੱਦਾਂ ਦੇ ਵੀ ਕਦੀ ਸਿੱਖ ਤੇ ਮੁਸਲਮਾਨ ਇਕੱਠੇ ਹੋ ਕੇ ਜੰਗ ਲੜਨ? ਇਸ ਅੰਦੋਲਨ ਦੀ ਖਾਸੀਅਤ ਇਹ ਹੋ ਰਹੀ ਕਿ ਉਸੇ ਸਟੇਜ ਦੇ ਉੱਤੇ ਸਵੇਰੇ ਗੁਰਬਾਣੀ ਦਾ ਪਾਠ ਹੁੰਦਾ ਸੀ, ਉੱਥੇ ਨਮਾਜ਼ ਪੜ੍ਹੀ ਜਾਂਦੀ ਸੀ, ਉੱਥੇ ਹਿੰਦੂ ਵੀਰ ਆਪਣੇ ਮੰਤਰ ਪੜ੍ਹਦੇ ਸੀ। ਤੁਹਾਡੇ ਵਿੱਚ ਜਿਹੜੇ ਅੰਦੋਲਨ 'ਚ ਗਏ ਹੁਣ, ਜਿੱਥੇ ਸਾਡਾ ਟੈਂਟ ਲੱਗਾ ਸੀ, ਨਾਲ ਹੀ ਇੱਕ ਮੰਦਿਰ ਸੀ। 200 ਕਿਸਾਨ ਡੇਲੀ ਇਸ਼ਨਾਨ ਕਰਦਾ ਸੀ ਉਸ ਮੰਦਿਰ 'ਚੋਂ ਪਾਣੀ ਲੈ ਕੇ। ਭਾਵੇਂ ਉਹਨੂੰ ਬੜੀਆਂ ਧਮਕੀਆਂ ਵੀ ਆਈਆਂ, ਪਰਵਾਹ ਨਹੀਂ ਕੀਤੀ, ਕਿਉਂਕਿ ਸਰਕਾਰਾਂ ਨੇ ਪਾੜਿਆ ਸੀ ਨਾ, ਉਹ ਤੇ ਪਾੜ ਕੇ ਰਾਜ ਕਰਦੇ ਸੀ। ਅੱਜ ਵੀ ਤੁਸੀਂ ਵੇਖੋ ਪੋਲੀਟੀਕਲ ਬੰਦੇ ਪਾੜ ਕੇ ਰਾਜ ਕਰਦੇ ਆ, ਪਰ ਇਸ ਅੰਦੋਲਨ ਨੇ ਮੂੰਹ 'ਤੇ ਚਪੇੜ ਮਾਰਤੀ, ਉਹ ਅਸੀਂ ਇਕੱਠੇ ਆ, ਤੁਸੀਂ ਪਾੜ ਕੇ ਸਾਡੇ 'ਤੇ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਦੇ ਹੋ। ਗੁਰੂ ਸਾਹਿਬ ਕਿਸੇ ਫਿਰਕੇ, ਜਾਤ, ਕੁਲ, ਨਸਲ ਦੇ ਉਲਟ ਨਹੀਂ ਸੀ। ਗੁਰੂ ਸਾਹਿਬ ਜ਼ੁਲਮ ਦੇ ਉਲਟ ਸੀ। ਜ਼ੁਲਮ ਕਰਨ ਵਾਲਾ ਕੋਈ ਵੀ ਹੋ ਸਕਦਾ ਹੈ, ਜ਼ੁਲਮ ਕਰਨ ਨੂੰ ਕੋਈ ਵੀ ਕਰ ਸਕਦਾ ਹੈ। ਜਦੋਂ ਤੁਸੀਂ ਇਸ ਤਰੀਕੇ ਨਾਲ ਇਹਦੇ ਨਾਲ ਜਿਹੜੇ ਸਾਡੇ ਬੱਚੇ ਆ, ਸਾਡੇ ਭੈਣ ਭਰਾ, ਮੁਸਲਮਾਨ ਵੀ ਸਾਡੇ ਭਰਾ ਵਾ, ਮੈਂ ਹਿੰਦੂ ਪਰਿਵਾਰਾਂ ਦੀ ਗੱਲ ਕਰਦਾ, ਉਹ ਸਾਡੇ ਭਰਾ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਨੇ ਕਿੰਨੀ ਸਟੱਡੀ ਕੀਤੀ ਹੋਏਗੀ ਇੱਕ ਹਿੰਦੂ ਪਰਿਵਾਰ 'ਚ ਉੱਠ ਕੇ, ਇੰਨੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ, ਗੁਰਬਾਣੀ ਦੇ ਅਰਥ ਲਿਖੇ। ਭਗਤ ਪੂਰਨ ਸਿੰਘ ਹਿੰਦੂ ਫੈਮਿਲੀ 'ਚੋਂ ਸੀ। ਅੱਜ ਪ੍ਰੋਬਲਮ ਇਹ ਆ, ਥੋੜ੍ਹੀ ਜਿਹੀ ਸੋਚ ਲੰਗਰਾਂ ਤੋਂ ਤਾਂ ਚੁੱਕੀ ਹੈ। ਬਹੁਤ ਜਲੇਬ, ਪਕੌੜੇ, ਗਜਰੇਲੇ, ਬਦਾਮਾਂ ਵਾਲੇ ਦੁੱਧ ਬਹੁਤ ਪੀ ਲਏ। ਥੋੜ੍ਹਾ ਜਿਹਾ ਸਰਮਾਇਆ ਉੱਧਰੋਂ ਘਟਾਈਏ। ਲਿਟਰੇਚਰ, ਪ੍ਰਚਾਰ, ਗੋਸ਼ਟੀ, ਜਿੱਦਾਂ ਤੁਸੀਂ ਇੱਥੇ ਬੈਠੇ ਹੋ, ਤੁਹਾਨੂੰ ਲੱਗਦਾ ਵੀ ਇੱਥੇ ਕਿਸੇ ਨੂੰ ਦੂਜੀ ਭਾਸ਼ਾ ਘੱਟ ਆਉਂਦੀ। ਇੱਕ ਆਪਣੇ ਘਰਾਂ 'ਚ ਪਿਓਰ ਪੰਜਾਬੀ, ਠੇਠ ਪੰਜਾਬੀ, ਆਪਣੇ ਘਰਾਂ 'ਚੋਂ ਪੰਜਾਬੀ ਸ਼ਬਦ ਗਾਇਬ ਹੋ ਰਹੇ ਆ, ਲੱਭ ਨਹੀਂ ਰਹੇ ਸਾਨੂੰ। ਸ਼ਬਦ ਅਸੀਂ ਅਲੋਪ ਕਰ ਦਿੱਤੇ ਆ। ਘਰ 'ਚ ਆਪਣੇ ਕੋਲ ਗੰਢਾ ਕਹਿ ਦੇਵੇ, ਸਾਰਾ ਟੱਬਰ ਕਿੱਦਾਂ ਵੇਂਦਾ ਉਹਦੇ ਵੱਲ? ਕਿਉਂ ਜੀ? ਆਪਣੇ ਘਰ 'ਚ ਕੋਈ ਗੰਢਾ ਕਹਿ ਦੇ, ਸਾਰੇ ਔਖਾ ਵੇਂਦੇ ਨਾ ਉਹਦੇ ਵੱਲ। ਉਹਨੂੰ ਫਿਰ ਸਿਖਾਉਣਗੇ ਪਿਆਜ਼ ਕਹਿ, ਪਿਆਜ਼। ਤੁਸੀਂ ਪਾਕਿਸਤਾਨ ਜਾ ਕੇ ਵੇਖੋ, ਸਾਡੇ ਨਾਲੋਂ ਵਧੀਆ ਠੇਠ ਸ਼ਬਦ ਉਹ ਸਾਂਭ ਕੇ ਬੈਠੇ ਆ। ਉਹ ਸਵਾਦ ਕਹਿੰਦੇ ਆ, ਰਸੋਈ ਕਹਿੰਦੇ ਆ। ਮੈਂ ਨਹੀਂ ਕਹਿੰਦਾ ਸਾਨੂੰ ਇਹ ਭਾਸ਼ਾਵਾਂ ਨਹੀਂ ਆਉਣੀਆਂ ਚਾਹੀਦੀਆਂ, ਇਸ ਭਾਸ਼ਾ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪਰ ਕਮ ਸੇ ਕਮ ਆਪਣੇ ਘਰ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰਨ ਤੋਂ ਤਾਂ ਕਿਸੇ ਨੇ ਸਾਨੂੰ ਮਨਾ ਨਹੀਂ ਕੀਤਾ। ਕਿਉਂ ਸਾਧ ਸੰਗਤ ਜੀ? ਵਿਦੇਸ਼ਾਂ ਵਿੱਚ ਕਈ ਪਰਿਵਾਰਾਂ ਦੇ ਬੱਚੇ ਜੰਮੇ, ਉੱਥੇ ਪਲੇ, ਠੇਠ ਪੰਜਾਬੀ ਬੋਲਦੇ ਇੱਦਾਂ, ਆਪਸ ਵਿੱਚ ਗੱਲਬਾਤ ਪੰਜਾਬੀ 'ਚ ਕਰਦੇ। ਅਤੇ ਕਈ ਸਾਡੇ ਇੱਥੇ ਹੀ ਹੌਲੀ ਹੌਲੀ ਹਿੰਦੀ, ਹਮ ਵਹਾਂ ਗਏ ਥੇ, ਹਮ ਵਹਾਂ ਗਏ ਥੇ, ਮਤਲਬ ਸਾਡੀ ਭਾਸ਼ਾ 'ਚ ਇੱਦਾਂ ਦੇ ਸ਼ਬਦ ਆ ਗਏ ਆ। ਅੱਛਾ, ਕਈ ਕਹਿਣਗੇ ਕੀ ਕਰੀਏ, ਵਾਹ ਉਹਨਾਂ ਨਾਲ ਪੈਂਦਾ। ਸਰਦਾਰ ਨਾਲ ਗੱਲ ਕਰ ਰਿਹਾ ਹੈ, ਮਾਂ ਧੀ ਨਾਲ ਗੱਲ ਕਰ ਰਹੀ ਆ। ਤੁਮਨੇ ਆ ਸਕੂਲ ਨਹੀਂ ਜਾਣਾ? ਸਿੱਧਾ ਪੁੱਛੋ ਉਹਨੂੰ ਵੀ ਪੋਤਾ ਸਕੂਲ ਨਹੀਂ ਜਾਣਾ। ਜੇ ਘਰ 'ਚ ਦਾਦੀ ਪੰਜਾਬੀ ਬੋਲਦੀ ਹੈ, ਤੈਨੂੰ ਕਿਤੇ ਪਛੜਿਆ ਹੋਇਆ। ਮਹਾਰਾਸ਼ਟਰ ਚਲ ਜਾਓ, ਅਗਲਿਆਂ ਨੇ ਸਾਈਨ ਬੋਰਡ ਮਰਾਠੀ ਭਾਸ਼ਾ 'ਚ ਲਾਏ ਨੇ। ਇਟਲੀ ਚਲ ਜਾਓ, ਅਗਲਿਆਂ ਨੇ ਇਟਾਲੀਅਨ ਭਾਸ਼ਾ 'ਚ ਆਪਣੇ ਸਾਈਨ ਬੋਰਡ ਲਾਏ ਹੋਏ ਨੇ। ਆਪਣੀ ਅਗਲੀ ਭਾਸ਼ਾ ਨੂੰ ਆਪਣੀ ਤੁਹਾਡੇ ਅੱਗੇ ਰੱਖ ਰਹੇ ਨੇ। ਸਾਨੂੰ ਆਪਣੀ ਬੋਲੀ ਤੋਂ ਹੀ ਨਫ਼ਰਤ ਹੋ ਗਈ। ਘਰੋਂ ਅਸੀਂ ਕੱਢ ਦਿੱਤਾ, ਬਾਹਰ ਕਰ ਦਿੱਤਾ। ਇਹਨੂੰ ਅਸੀਂ ਨਹੀਂ ਸਾਂਭਾਂਗੇ ਤਾਂ ਕੌਣ ਸਾਂਭੂ? USA ਇੱਕ ਬਜ਼ੁਰਗ, ਉਹਨਾਂ ਦੇ ਪੋਤਰੇ, ਉਹਨਾਂ ਦੀਆਂ ਪੋਤਰੀਆਂ, ਨੂੰਹਾਂ ਠੇਠ ਪੰਜਾਬੀ ਬੋਲਣ, ਤੇ ਮੈਂ ਸਹਿਜ ਭਾਈ ਪੁੱਛਿਆ, ਮੈਂ ਕਿਹਾ ਬਾਪੂ ਜੀ ਐਡੀ ਠੇਠ ਪੰਜਾਬੀ ਕਿੱਦਾਂ? ਕਹਿੰਦਾ ਪੁੱਤਰਾ, ਇੰਗਲੈਂਡ ਮੈਂ ਰਿਹਾ, ਮੇਰੇ ਬੱਚੇ ਉੱਥੋਂ ਦੇ ਬੋਰਨ ਆ, ਮੇਰੇ ਪੋਤਰਿਆਂ ਦਾ ਜਨਮ ਮੁੜ ਕੇ ਅਮਰੀਕਾ ਹੋਇਆ। ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਇੱਕੋ ਗੱਲ ਆਖੀ ਸੀ ਕਿ ਘਰ ਦੇ ਦਰਵਾਜ਼ੇ ਤੋਂ ਬਾਹਰ ਇੰਗਲੈਂਡ, ਘਰ ਦੇ ਦਰਵਾਜ਼ੇ ਤੋਂ ਬਾਹਰ ਅਮਰੀਕਾ, ਜਦੋਂ ਘਰ ਦੇ ਦਰਵਾਜ਼ੇ ਤੋਂ ਅੰਦਰ ਆ ਜਾਓ, ਇਹਨੂੰ ਮੇਰਾ ਪੰਜਾਬ ਬਣਾ ਲਿਓ, ਪੰਜਾਬੀ ਬਣਾ ਲਿਓ। ਕਹਿੰਦਾ ਮੇਰੇ ਘਰ 'ਚ ਕੋਈ ਪੰਜਾਬੀ ਤੋਂ ਬਿਨਾਂ ਸ਼ਬਦ ਨਹੀਂ ਬੋਲਿਆ ਜਾਂਦਾ। ਇਹਦਾ ਅਰਥ ਘਰ ਵੀ ਡਿਸਿਪਲਿਨ ਨਾਲ ਚੱਲਦੇ ਨੇ। ਅਤੇ ਜੇ ਉਹ ਕਹਿੰਦਾ ਮੈਂ ਖੁੱਲ੍ਹ ਛੱਡ ਦਿੰਦਾ ਇੱਦਾਂ ਖੁੱਲ੍ਹਾ, ਕਹਿੰਦਾ ਮੇਰੇ ਘਰੋਂ ਪੰਜਾਬੀ ਬੋਲੋ ਸਾਰੇ ਹੁਣ ਗਵਾਚ ਜਾਣੀ ਸੀ। ਅਤੇ ਜੇ ਇੱਦਾਂ ਸੋਚੀਏ ਕੋਈ ਗੱਲ ਨਹੀਂ ਆਪੇ ਆ ਜਾਣਾ, ਇਹ ਚੀਜ਼ਾਂ ਪੈਰਾਸੂਟ ਰਾਹੀਂ ਉੱਤੋਂ ਨਹੀਂ ਉਤਰਨੀਆਂ। ਇਹ ਤੁਹਾਨੂੰ ਆਪਣੇ ਸਮਾਜ ਵਿੱਚ, ਪਰਿਵਾਰਾਂ 'ਚ ਬੀਜਣੀਆਂ ਪੈਣੀਆਂ ਨੇ, ਆਪਣੇ ਪਰਿਵਾਰਾਂ 'ਚ। ਅਤੇ ਮੈਂ ਵਿਦੇਸ਼ਾਂ 'ਚ ਵੀ ਵੇਖਿਆ, ਜਿਨ੍ਹਾਂ ਘਰਾਂ ਦਾਦੇ ਦਾਦੀਆਂ ਬੈਠੇ ਨੇ, ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਬੋਲਣ 'ਚ ਕੋਈ ਦਿੱਕਤ ਨਹੀਂ। ਮਾਵਾਂ ਵੀ ਮਾਣ ਕਰਦੀਆਂ, ਜੇ ਅੱਜ ਮੇਰੇ ਬੱਚਿਆਂ ਨੂੰ ਪੰਜਾਬੀ ਆਉਂਦੀ ਆ, ਅਤੇ ਇਹ ਸਿਹਰਾ ਮੇਰੀ ਸੱਸ ਨੂੰ ਜਾਂਦਾ, ਮੇਰੇ ਸਹੁਰੇ ਨੂੰ ਜਾਂਦਾ।
आओ अपने घरां दा माहौल बनाइए। जे गुरु गोबिंद सिंह सच्चे पातशाह वर्गी शख्सियत उन्होंने साढ़े ते परोपकार किया, सानू गुलामी दी जंजीरां चों बाहर कढ़िया। पंडित मुल्ला जो लिख दिया छाड़ चले हम कछू ना लिया। जो जे उन्होंने विधि विधान दिते सी, जो उन्हों की मर्यादा सी, वो तो सानू आज़ाद किया, सानू सच की विचार नाल जोड़िया। पूजा अकाल की, परचा शब्द का, दीदार खालसे का। अपने घरां च मुढ़ले असूल पालो, एक तो फतेह बुलाओ, दूजा किसी के गोडियां हथ नहीं फतेह बुलाने की आदत पाओ। आड़ा परिवारों भी है ना, ये तो भी सानू हौली हौली सुचेत होने की जरूरत वा कि अपने परिवारों च फतेह बुलाने की आदत घटती जा रही है। भज के फतेह बुलाने की जगह असी गोडियां हथ लाना शुरू कर दिता है। तो धियां नूं जो पेके तोरिया, हुण मैं सवाल कर लगा, धियां नूं जो सहुरे घर तोरदे हो जांदे सੱਸ दे, बोलो भैणों, पैरीं हथ लाउंदियां। इदां ही है जी, पैरीं हथ लाउंदियां, सहुरे दे भी पैरीं हथ लाउणगियां। हुण कोई धी वेखी जिहड़ी माँ कोलों, कोई माँ अपनी धी कोलों पैरीं हथ लवाउंदी होवे पेके घर, बोल के दस्सिओ जी। कोई धी अपनी माँ दे पेके घर पैरीं हथ लाउंदी है जी, बोलो भाई। कोई धी बाप दे पैरीं हथ पेके लाउंदी है, ਇਹਦਾ मतलब फिर ਨੂੰਹ ਨੂੰ ਤੁਸੀਂ ਧੀ समझदे ही नहीं। क्यों साथ समझी, बोलो भाई। ਇਹਦਾ मतलब ਤੁਸੀਂ ਪਹਿਲਾਂ ही फर्क पा लिया भी ये ਧੀ थोड़ा है। अच्छा कमाल की गल ਤੁਸੀਂ ਵੇਖੋ, ਜਿਹੜੀ ਵਿਚਾਰੀ पेके है ਉਹਨੂੰ ਭਰਾ ਕਹੀ ਜਾਣਗੇ, ਮਾਮਾ ਕਹੀ ਜਾਣਗੇ तेरा घर ਇਹ थोड़ा, तेरा घर ਤੇ ਅੱਗੇ ਆ। चलो ਜਦੋਂ ਸਹੁਰੇ घर ਜਾਂਦੀ ਆ, ਜਦੋਂ ਉੱਥੇ ਚੜ੍ਹਾਈ ਕਰਦੀ ਆ, ਉਹਦਾ ਖਫਣ ਕਿੱਥੋਂ ਆਉਂਦਾ ਮੁੜ ਕੇ। लो जी, सारी जिंदगी भांडे उन्हें सहुरे परिवार के मांजे, तो अंतले समय कपड़ा पाया कितों पाया, पेकियां तो। अच्छा कमाल की गल है, सहुरे पेकियां तो कही जाते हैं तेरा घर ये नहीं है, तो सहुरे घर कही ये बगानी है, बगानी आई साडा मुंडा बिगाड़ता इन्हें। दसो धी का घर किहड़ा है, दसो आप सारे बैठे हैं जी, धी का घर किहड़ा, आप धियां वाले बैठे हैं, भैणां वाले बैठे हैं, ये कड़ तोड़ू किहड़ा। जे घर च धी माँ के पैरीं हथ लावे तो आप ना ना धियां थोड़ा मावां के पैरीं हथ लाउंदियां, तो नूंह कोलों क्यों लवाउने भी। नूंह ना लावे पता कहना लै ये हुण साडे गोडियां हथ लाउणी थोड़ा भाई, ये ते ना ये थोड़ा गोडियां हथ। अच्छा जे लाउंदी लाउंदी विचारी हट गई कितों, मान लो जे रोज़ सवेरे उठ के कईयां नूंहां नूं हुंदा ना सवेरे उठ के सੱਸ दे गोडियां हथ लाउणा, तो मान लो जदों किते विचारी नूं अपना चेता भुल गया गोडियां हथ लाउंदे, जां आप ठीक ना होई, तो सੱਸ दे दिमाग च की आउणा भला कल कुड़मणी आई सी भाई, कंन च फूक मार गई होनी है, मेरी अपनी नूंह नहीं लाउंदी, तूं इहदे कोल लाई जानी गोडियां हथ। डेरावाद ते घर घर च फैलिया है, ये बड़ा भैड़ा स्वाद आ गोडियां हथ लवाउण दा। तुसीं कदी किसी गोडी हथ लवा के वेखिओ, माड़ा जिहा गोडा नपदा ना, बंदा अंदरों कहिंदा नहीं उदां, पर मन च सोचदा भी माड़ा नापी दे, भी लत्तां दुखण डईआं। असीं बाबिਆਂ ਨੂੰ ਕਹਿੰਦੇ आ ना, सानूं बड़ा सौखा दित्ता सी इदां। आ करोना 'च एक चीज़ सिख ली आ, इदां दूरों ही इदां बुलाउंदे फतेह, इदां इदां वाहिगुरू जी का खालसा। ਇਹਦੇ फायदे बड़े आ, भला किहड़े किहड़े फायदे आ। फायदे पहला फायदा, मान लो तुसीं किसी के घर जाने आ, एक बारी फतेह बुला के तुहाडे कोल टाइम 5 मिनट आ, अगले दे 10 जी आ, तुसीं कल्ले कल्ले नूं हथ मिलाउण लगे 2-4 मिनट ते लाओ गई, फतेह बुला के अपनी गल शुरू कर सकदे। एक दूजा फायदा, फतेह छोटा भी वड्डे नूं बुला सकदा, वड्डा छोटे नूं बुला सकदा। गोडियां हथ तां छोटे नूं वड्डे दे लाउणा पैणा। कई लीडरां दे गोडियां हथ लाई जांदे, वड्डी वड्डी उम्र दे बंदे 25-25 30-30 साल दे लीडरां दे गोडियां हथ लाई जांदे आ। सानू ये चीज़ां अपने परिवार चों, गुरु गोबिंद सिंह महाराज का जिन्हां दा प्रकाश पुरब मना रहे उन्होंने साहिबजादियां तो एक सिक्ख्या लै लो, उन्होंने पता कि सूबे सरहंद की कचहरी साढ़े फतेह का जवाब देने वाला कोई नहीं, पर उन्हें गज के इदां कहा वाहिगुरू जी का खालसा। आपां भी अपने गुण अपनाइए अपनी जिंदगी शुरू करो, शुरुआत करो, करना पैना तुहानूं। ਜਦੋਂ ਆਪਾਂ ਇਹ ਬੀਜ ਬੀਜਾਂਗੇ ਹੌਲੀ ਹੌਲੀ ਸਾਡੇ ਸਮਾਜ ਵਿੱਚ, ਸਾਡੇ ਪਰਿਵਾਰਾਂ ਤੱਕ, ਸਾਡੇ ਬੱਚਿਆਂ ਤੱਕ, ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਬਿੰਦੀ ਪੁੱਤਰ ਸਾਡੇ ਤੋਂ ਕੁਰਬਾਨ ਕਰਤੇ। ਨਾਦੀ ਨਾਦੀ ਨਾਦ ਦਾ ਅਰਥ ਸ਼ਬਦ ਹੈ, ਗੁਰਮੁਖ ਨਾਦੰ ਨਾਦ ਦਾ ਅਰਥ ਸ਼ਬਦ ਹੈ। ਅਸੀਂ ਮੂੰਹ ਬੋਲੇ ਪੁੱਤਰ ਹਾਂ, ਮੂੰਹ ਬੋਲੇ ਪੁੱਤਰਾਂ ਤੋਂ ਆਪਣੇ ਬਿੰਦੀ ਪੁੱਤਰ ਕੁਰਬਾਨ ਕਰਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਿੰਨੀ ਅਹਿਮੀਅਤ ਹੈ ਇਸ ਗੱਲ ਦੀ। ये मूँह बोले पुत्र है मेरे, भाई दया सिंह, भाई धर्म सिंह, भाई मान सिंह, ये मेरे मूँह बोले पुत्र है। ये सिख इन पुत्रन के शीश पर
वार दिए सुत चार, चार बूए तो क्या हुआ जीवत कई हज़ार। जिन्हां वाल कई हज़ार करके आख्या सी, आओ अपने घरां विच सिੱਖੀ विचारधारा लैके आईए, स्वैमान अणख गैरत दस दिओ उन्हां नूं कि भाई साडे गुरु पातशाह दे दिन असीं तुहानूं पुछ के क्यों तुरीए बई, असीं तुहाडे गुलाम थोड़ा वां, असीं आज़ाद हाँ। असीं मानसिक तौर पर गुरु साहब जी ने सानूं मानसिक तौर पर फूटो आंडा भरम का मने भयो प्रकाश, काटी बेरी पगन ते गुरकीनो बंद खलास। आंडे जदों तक बच्चा हुंदा ना इदां वो गुलाम हुंदा, जदों आंडा टुटदा है बच्चा आकाश विच, ओह पंछी आकाश विच उड़ारियां मारदा। फूटो आंडा भरम का, असीं भरम दे आंडे च। फर्क यह आ, पंछी का आंडा उहदे किसी परिवार के मैंबर ने चुंझ नाल तोड़ना, जिहड़े आंडे च पंछी हुंदे उहदा कोई परिवारक मैंबर ही तोड़दा ना, माँ तोड़दी है, इहदा चुंझ मारदा आंडा टुटदा ते पंछी आकाश च उड़दा। जदों तक आंडे च वो कैद है। आपां किहड़े आंडे च? वहमां भरमां दे आंडे च। शनिवार गड्डी लैण नहीं जाना, क्यों जी? शनिवार लोहा नहीं कर लियाईदा। ये काहदे आंडे च? भरम दे आंडे च। फलाने दिन लेंटर नहीं पाउणा क्योंकि वो दिन शुद्ध नहीं हैगा, फलाने दिन असीं आह काम नहीं करना, वो दिन चंगा नहीं हैगा। असीं भरम दे आंडे च। फूटो आंडा भरम का, इस आंडे नूं भन्न दिओ, ये आंडा भरम दा टुटूगा तो मने पयो प्रकाश। वो जो आंडा टुटदा तो पंछी नूं बाहर सूरज दिखदा ना, आंडे थोड़ा सूरज दिखना सी उन्होंने। असीं तां वहमां दे आंडे च पए हाँ, सानूं सूरज ताईं नहीं दिस रहा। असीं पढ़ी जाने सतगुरु नानक प्रगटिया मिट्टी धुंध जग चानण होआ, ज्यों कर सूरज निकलिया तारे छप अंधेर पुलवा, सिंह बुकै। शेर जदों बुकदा है तो हिरना का धीरज टुट जाता, उन्होंने भज्जण नूं राह नहीं मिलती। जदों गुरु नानक साहब के ज्ञान का शेर बुकिया, पखंड रूपी हिरना नूं भज्जण नूं राह नहीं मिलिया। ये लहर गुरु नानक साहब जी की खड़ी की सी, सिखर इत्थे आण के होया। चारे साहिबजादे कुरबान कर दिते। 43 साल की समुची आरजू धन गुरु गोबिंद सिंह महाराज जी की। ते अल्लाह यार खां जोगी जी लिखते हैं, कहते करतार की सौगंध नानक की कसम है, जितनी भी हो गोबिंद की तारीफ वो कम है। कहते मैं जिन्नी वडियाई करा ना गुरु गोबिंद सिंह महाराज जी की उन्नी थोड़ी। तुहाडा धन्नवाद सारिਆਂ ਦਾ, क्योंकि समा अगे भी दिता, उत्थे जाके फिर विचारां करनियां ने। खुशी हुई मैनूं अंदरों, सच कहना धुर तो खुशी हुई, रूह तो, कि भावें असीं घट ही हाँ पर मूल नानकशाही कैलेंडर ते पहरा देने वाले मेरे प्रबंधक वीर, मेरिया भैणां, मेरे बुजुर्ग नौजवान भरा डट जाओ। इदां भावें थोड़े ही हाँ पर डट जाइए। बोता सिंह गरजा सिंह दो ही सी, डांग नूर की सरां खड़कदी सी, सिੱਖੀ का पता लाहौर लगता सी कि सिੱਖੀ हैगी। सानू बहुती गिनती की गल नहीं हैगी उत्थे, सानू क्वालिटी चाहिए है, क्वांटिटी की गल नहीं हैगी उत्थे। जिहड़ी क्वालिटी है वो घ्यो थोड़ा ही हुंदा, लस्सी बहुत ज़्यादा हुंदी है, लस्सी नूं डोल भी देईदा। भीड़ां दियां भीड़ां नहीं चाहिए, थोड़े बहुत तगड़े हो। सारिਆਂ ਦਾ धन्नवाद, समुचे प्रबंधक वीर, समुचियां मेरियां भैणां वीर, वधाई दे पात्र हो। इदां सानू बल मिलता। मैं सच कहना बल ये मिलता, असीं दूजे थां कहण जोगे हुंदे आ कि जे जम्मू की धरती ते अगले इदां पहरा दे सकते, आओ हंबड़ा मारीए, तोड़ दिओ कड़ा, मजबूर कर दिओ तख्तां ते बैठे जथेदारां नूं कि तुहानूं उन्हां नूं दुबारा तो इहो कैलेंडर फिर लागू करना पवे। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी